ਫੋਕਲੋਰ ਜਿਹੜਾ ਡਿਸਿਪਲਿਨ ਹੈ ਇਹਦਾ ਆਰੰਭ ਬੇਸਿਕਲੀ ਬਸਤੀਵਾਦ ਦੇ ਨਾਲ ਜੁੜਿਆ ਹੋਇਆ ਹੈ। ਜਦੋਂ ਅੰਗਰੇਜ਼ਾਂ ਨੇ ਨਵੀਆਂ ਬਸਤੀਆਂ ਜਿਹੜੀਆਂ ਨੇ ਉਹ ਬਣਾਈਆਂ, ਉਹਨਾਂ 'ਤੇ ਕਬਜ਼ੇ ਕੀਤੇ ਨਵੀਆਂ ਥਾਵਾਂ 'ਤੇ ਜਾ ਕੇ, ਤਾਂ ਉਹਨਾਂ ਨੂੰ ਲੋੜ ਸੀ ਕਿ ਉਹਨਾਂ ਲੋਕਾਂ ਨੂੰ ਜਾਣਨ, ਉਹਨਾਂ ਲੋਕਾਂ ਦੀ ਮਾਨਸਿਕਤਾ ਨੂੰ, ਉਹ ਲੋਕ ਕਿਵੇਂ ਸੋਚਦੇ ਨੇ, ਕਿਵੇਂ ਉਹਨਾਂ ਦੇ ਵਿਸ਼ਵਾਸ ਨੇ, ਕਿਵੇਂ ਉਹਨਾਂ ਦੀਆਂ ਕੰਟਰਾਡਿਕਸ਼ਨ ਨੇ। ਤਾਂ ਉਹਨਾਂ ਸਾਰਿਆਂ ਨੇ ਉਹਨਾਂ ਨੂੰ ਸਮਝ ਸੀ ਕਿ ਜੇ ਅਸਲ 'ਚ ਲੋਕਾਂ ਨੂੰ ਸਮਝਣਾ ਤਾਂ ਕੋਈ ਵੀ ਹੋਰ ਡਿਸਿਪਲਿਨ ਨਹੀਂ ਸਿਵਾਏ ਫੋਕਲੋਰ ਦੇ। ਤੁਸੀਂ ਉਹਨਾਂ ਦੇ ਫੋਕ ਲਿਟਰੇਚਰ ਨੂੰ ਸਮਝੋ, ਉਹਨਾਂ ਦੇ ਫੋਕ ਬਿਲੀਫਸ ਨੂੰ ਸਮਝੋ, ਤੁਸੀਂ ਉਹਨਾਂ ਦੇ ਰਿਚੁਅਲਸ ਨੂੰ ਸਮਝੋ, ਅਤੇ ਇਸ ਦੇ ਰਾਹੀਂ ਹੀ ਤੁਸੀਂ ਅਸਲ 'ਚ ਉਹਨਾਂ ਦੀ ਮਾਨਸਿਕਤਾ ਨੂੰ, ਧਰਮ ਦੇ ਵਿੱਚ ਡੂੰਘੇ ਵਿਸ਼ਵਾਸ ਨੇ, ਅੰਧ ਵਿਸ਼ਵਾਸ ਨੇ, ਜੇਕਰ ਤੁਹਾਨੂੰ ਉਹਨਾਂ ਦੇ ਬਾਰੇ ਸਮਝ ਆਉਂਦੀ ਹੈ ਤਾਂ ਫਿਰ ਤੁਸੀਂ ਉਹਨਾਂ ਦੇ ਉੱਤੇ ਰੂਲ ਕਰਨਾ, ਉਹਨਾਂ ਦੇ ਉੱਤੇ ਪੱਕੇ ਪੈਰੀਂ। 1835 ਦੇ ਵਿੱਚ ਇੱਕ ਭਾਸ਼ਣ ਲੰਡਨ ਦੇ ਵਿੱਚ ਮੈਕਾਲਫ ਨੇ ਦਿੱਤਾ ਸੀ, ਔਰ ਉਸ ਭਾਸ਼ਣ ਦੇ ਵਿੱਚ ਉਹਨੇ ਕਿਹਾ ਵੀ ਭਾਈ ਮੈਂ ਇੰਡੀਆ ਦੇ ਵਿੱਚ ਘੁੰਮ ਕੇ ਦੇਖਿਆ, ਉਹਨਾਂ ਦੀਆਂ ਟ੍ਰੈਡੀਸ਼ਨਸ ਬਹੁਤ ਉੱਚੀਆਂ ਨੇ, ਇਸ ਕਰਕੇ ਉਹਨਾਂ 'ਤੇ ਕਬਜ਼ਾ ਕਰਨਾ ਸੌਖਾ ਨਹੀਂ। ਅਤੇ ਸਭ ਤੋਂ ਪਹਿਲਾ ਕੰਮ ਤੁਹਾਡਾ ਇਹ ਹੈ ਕਿ ਤੁਸੀਂ ਉਹਨਾਂ ਪਰੰਪਰਾਵਾਂ ਦੀ ਜਾਣਕਾਰੀ ਪ੍ਰਾਪਤ ਕਰੋ ਅਤੇ ਫਿਰ ਉਹਨਾਂ ਨੂੰ ਇਨਫੀਰੀਓਰਾਈਜ਼ ਕਰੋ। ਉਹਨਾਂ ਨੂੰ ਦੱਸੋ ਕਿ ਉਹਨਾਂ ਦੀ ਭਾਸ਼ਾ ਮੂਰਖਾਂ ਦੀ ਭਾਸ਼ਾ ਹੈ। ਉਹਨਾਂ ਨੂੰ ਕਹੋ ਕਿ ਜਿਹੜੇ ਉਹ ਕੱਪੜੇ ਪਹਿਨਦੇ ਨੇ ਉਹ ਚੰਗੇ ਨਹੀਂ। ਉਹਨਾਂ ਨੂੰ ਦੱਸੋ ਕਿ ਉਹਨਾਂ ਦਾ ਚਿਕਿਤਸਾ ਦਾ ਸਿਸਟਮ ਨਹੀਂ ਚੰਗਾ, ਜਦ ਕਿ ਉਹ ਚੰਗਾ ਹੈ। ਉਹਨਾਂ ਦੀਆਂ ਇਹ ਜਿਹੜੀਆਂ ਰਿਚ ਟ੍ਰੈਡੀਸ਼ਨਸ ਨੇ, ਇਹਨਾਂ ਨੂੰ ਤੁਹਾਨੂੰ ਇਨਫੀਰੀਓਰਾਈਜ਼ ਕਰਨਾ ਪਏਗਾ। ਤਾਂ ਫਿਰ ਆਪਾਂ ਸਾਰੇ ਜਾਣਦੇ ਹੀ ਹਾਂ ਕਿ ਉਹਨਾਂ ਨੇ ਕੁਝ ਸਾਡੇ ਇੱਥੋਂ ਕਾਲੇ ਅੰਗਰੇਜ਼ ਪੈਦਾ ਕੀਤੇ ਅਤੇ ਉਹਨਾਂ ਦੀ ਮਦਦ ਦੇ ਨਾਲ ਉਹ ਸਾਰਾ ਕੁਝ ਕੀਤਾ। ਤਾਂ ਫੋਕਲੋਰ ਦਾ ਡਿਸਿਪਲਿਨ ਇਹਨਾਂ ਲੋੜਾਂ ਦੇ ਵਿੱਚੋਂ ਪੈਦਾ ਹੋਇਆ ਸੀ। ਔਰ ਉਸ ਸਮੇਂ ਜਿਹੜੇ ਫੋਕਲੋਰਿਸਟ, ਜਿਹੜੇ ਬੰਦੇ ਅੰਗਰੇਜ਼ ਸ਼ਾਸਕ ਸਨ ਉਸ ਸਮੇਂ ਦੇ, ਉਹਨਾਂ ਨੇ ਨਾਲ ਹੀ ਇਹ ਜ਼ਿੰਮੇਵਾਰੀ ਵੀ ਉਠਾਈ ਕਿ ਉਹਨਾਂ ਨੇ ਇੱਥੋਂ ਦੀਆਂ ਪਰੰਪਰਾਵਾਂ ਦਾ ਅਧਿਐਨ ਕਰਨਾ। ਔਰ ਉਹਨਾਂ ਦੇ ਵਿੱਚੋਂ ਜਿਹੜੇ ਪੰਜਾਬੀ ਦੇ ਵਿੱਚ ਫੋਕਲੋਰ ਦੇ ਵਿੱਚ ਵਿਅਕਤੀ ਆਏ, ਅਸੀਂ ਤਾਂ ਇਹ ਮਹਿਸੂਸ ਕਰਦੇ ਹੁੰਦੇ ਸੀ ਵੀ ਜੇ ਐਬਟ ਦਾ ਲੇਖ ਜਿਹੜਾ 1854 'ਚ ਉਹਨੇ ਲਿਖਿਆ ਨਾ, ਬੈਲਡਸ ਵਾਲਾ, ਉਹਦੇ ਨਾਲ ਪੰਜਾਬੀ ਫੋਕਲੋਰ ਦਾ ਆਰੰਭ ਹੁੰਦਾ ਹੈ। ਪਰ ਪਿਛਲੇ ਕੁਝ ਸਮੇਂ ਦੇ ਵਿੱਚ, ਜਿਵੇਂ ਡਾਕਟਰ ਸੁਰਜੀਤ ਕਹਿ ਕੇ ਗਏ ਨੇ, ਪਵਨ ਟਿੱਬੇ ਨੇ 2-3 ਗ੍ਰੰਥ ਲੱਭੇ। ਅਸਲ 'ਚ RC ਟੈਂਪਲ ਨੇ ਫੋਕਲੋਰ, ਪੰਜਾਬੀ ਫੋਕਲੋਰ 'ਤੇ ਬਹੁਤ ਕੰਮ ਕੀਤਾ। ਦ ਲੈਜੈਂਡਸ ਆਫ ਦੀ ਪੰਜਾਬ 3 ਜਲਦਾਂ ਦੇ ਵਿੱਚ ਉਹਨੇ ਲਿਖੀ। ਕਈ ਲੇਖ ਉਹਨੇ ਅਖਾਣਾਂ ਦੇ ਉੱਤੇ ਲਿਖੇ। ਸਾਇੰਸ ਆਫ ਫੋਕਲੋਰ ਦੇ ਉੱਤੇ ਉਹਨੇ ਇੱਕ ਬੜਾ ਪਿਆਰਾ ਲੇਖ ਲਿਖਿਆ। ਉਹਨੇ ਡੈਸਰਟੇਸ਼ਨ ਆਫ ਪ੍ਰੋਪਰ ਪੰਜਾਬੀ ਨੇਮਸ ਗ੍ਰੰਥ ਲਿਖਿਆ। ਔਰ ਇੱਕ ਥਾਂ 'ਤੇ ਹੋ ਗਏ, ਇੱਕ ਲੇਖ ਦੇ ਵਿੱਚ ਇਹ ਹਵਾਲਾ ਦੇ ਗਿਆ ਕਿ ਮੈਨੂੰ ਇੱਕ ਕਲਕੱਤੇ ਦੀ ਲਾਇਬ੍ਰੇਰੀ ਦੇ ਵਿੱਚੋਂ ਕੀੜੇ ਖਾਧਾ ਇੱਕ ਪੁਸਤਕ ਮਿਲੀ ਹੈ, ਔਰ ਉਹ ਪੁਸਤਕ ਪੰਜਾਬੀ ਦੇ ਅਖਾਣਾਂ ਨਾਲ ਸੰਬੰਧਿਤ ਹੈ। ਉਹ 'ਚ ਵੈਸੇ ਤਾਂ ਭਾਰਤ ਦੀਆਂ ਹੋਰ ਭਾਸ਼ਾਵਾਂ ਨਾਲ ਸੰਬੰਧਿਤ ਵੀ ਅਖਾਣ ਨੇ, ਪਰ ਪੰਜਾਬੀ ਦੇ ਅਖਾਣ ਵੀ ਉਹਦੇ 'ਚ ਵੱਡੀ ਮਾਤਰਾ ਵਿੱਚ ਨੇ। ਤੋ ਇਹ ਜਦੋਂ ਪਵਨ ਨੇ ਮੇਰੇ ਨਾਲ ਗੱਲ ਕੀਤੀ, ਮੈਂ ਕਿਹਾ ਪਵਨ ਵੀ ਇਹ ਕਿਤਾਬ ਕਿਤੇ ਹੋਏਗੀ ਤਾਂ ਜ਼ਰੂਰ ਯਾਰ, ਇਹਨੂੰ ਲੱਭਣਾ ਚਾਹੀਦਾ। ਖੈਰ ਮੈਂ ਤਾਂ ਇਹ ਕਹਿ ਕੇ ਪਾਸੇ ਹੋ ਗਿਆ। ਇਹ ਲੱਗਿਆ ਰਿਹਾ, ਔਰ ਇਹਨੇ ਪਤਾ ਨਹੀਂ ਜਰਮਨ ਦੀ ਕਿਸੇ ਲਾਇਬ੍ਰੇਰੀ 'ਚੋਂ ਕਿੱਥੋਂ ਉਹ ਪੁਸਤਕ ਜਿਹੜੀ ਆ ਉਹ ਪ੍ਰਾਪਤ ਕਰਕੇ ਅਤੇ ਫੋਟੋ ਕਾਪੀ ਕਰਕੇ ਲਿਆ ਕੇ ਮੇਰੇ ਟੇਬਲ ਦੇ ਉੱਤੇ ਅੱਗੇ ਰੱਖ ਦਿੱਤੀ। ਹੁਣ ਜੇ ਰੋਇਬੁੱਕ ਜਿਹੜਾ ਹੈ ਉਹ 1805 ਦੇ ਵਿੱਚ ਉਹਨੇ ਸ਼ੁਰੂ ਕੀਤਾ ਸੀ ਪੰਜਾਬੀ ਅਖਾਣਾਂ ਨੂੰ ਇਕੱਤਰ ਕਰਨਾ। 1805 ਵਿੱਚ 1805 ਤੋਂ ਬਾਅਦ 19 ਦੇ ਵਿੱਚ ਉਹਦੀ ਡੈਥ ਹੋ ਜਾਂਦੀ ਹੈ। ਉਹ ਅਖਾਣ ਛਪਵਾ ਨਹੀਂ ਸਕਦਾ। ਅਤੇ ਉਸ ਤੋਂ ਬਾਅਦ ਫਿਰ ਇੱਕ ਵਿਲਸਨ ਨਾਮ ਦਾ ਵਿਦਵਾਨ ਸਕਾਲਰ ਆਉਂਦਾ, ਔਰ ਉਹ ਉਹਨਾਂ ਅਖਾਣਾਂ ਨੂੰ ਇੱਕ ਲੰਮੀ ਚੌੜੀ ਭੂਮਿਕਾ ਲਿਖ ਕੇ ਅਤੇ ਉਹਨਾਂ ਅਖਾਣਾਂ ਨੂੰ ਪ੍ਰਕਾਸ਼ਿਤ ਕਰਦਾ। ਤੋ ਇਹ ਇਸ ਤਰ੍ਹਾਂ ਇਹ ਰੋਇਬੁੱਕ ਦਾ ਕੰਮ। ਉਸ ਤੋਂ ਬਾਅਦ ਇੱਕ ਹੋਰ ਗ੍ਰੰਥ ਜਿਹੜਾ ਸਾਡੇ ਨੌਲੇਜ ਵਿੱਚ ਨਹੀਂ ਸੀ, ਉਹ ਰਾਬਰਟ ਮਕਾਂਸ਼ੇ ਦਾ, ਉਹ ਵੀ ਪਵਨ ਟਿੱਬੇ ਦੀ ਹੀ ਬਦੌਲਤ ਲੱਭਿਆ। ਇਹਨੇ ਸਾਡੇ ਸਾਹਮਣੇ ਲਿਆਂਦਾ। ਰਾਬਰਟ ਮਕਾਂਸ਼ੇ ਨੇ ਉਹਨੂੰ ਉਸ ਵੇਲੇ ਦੇ ਕਮਿਸ਼ਨਰ ਦਾ ਇੱਕ ਹੁਕਮ ਹੋਇਆ ਕਿ ਤੂੰ ਸਾਰੇ ਡਿਪਟੀ ਕਮਿਸ਼ਨਰਸ ਪੰਜਾਬ ਦੇ ਜ਼ਿਲ੍ਹਿਆਂ ਦੇ ਜਿਹੜੇ ਆ ਉਹਨਾਂ ਨੂੰ ਲਿਖ ਦਿੱਤਾ ਗਿਆ ਕਿ ਉਹ ਆਪਣੇ ਆਪਣੇ ਜ਼ਿਲ੍ਹੇ ਤੋਂ ਅਖਾਣ ਇਕੱਠੇ ਕਰਕੇ ਅਤੇ ਉਹ ਭੇਜਣ, ਉਹ ਤੈਨੂੰ ਭੇਜਣਗੇ ਮਕਾਂਸ਼ੇ ਨੂੰ, ਰਾਬਰਟ ਮਕਾਂਸ਼ੇ ਨੂੰ। ਤਾਂ ਰਾਬਰਟ ਮਕਾਂਸ਼ੇ ਨੂੰ ਉਹਨਾਂ ਸਾਰੇ
ਡਿਪਟੀ ਕਮਿਸ਼ਨਰਸ ਨੇ ਉਹ ਵੱਡੀ ਮਾਤਰਾ ਵਿੱਚ ਮੁਨਸ਼ੀਆਂ ਤੋਂ ਆਪਣੇ ਪਟਵਾਰੀਆਂ ਤੋਂ ਉਹਨਾਂ ਤੋਂ ਅਖਾਣ ਇਕੱਠੇ ਕਰਵਾ ਕੇ ਉਹ ਭੇਜੇ ਔਰ ਉਹਦੇ ਵਿੱਚੋਂ 1083 ਅਖਾਣ ਮਕਾਨਸ਼ੇ ਨੇ ਰਾਬਰਟ ਮਕਾਨਸ਼ੇ ਨੇ ਆਪਣੇ ਪੁਸਤਕ ਦੇ ਰੂਪ ਦੇ ਵਿੱਚ ਸਿਲੈਕਟਡ ਐਗਰੀਕਲਚਰ ਪੰਜਾਬੀ ਪ੍ਰਵਰਬਸ ਉਹ ਪੁਸਤਕ ਜਿਹੜੀ ਹੈ ਉਹ ਛਪਵਾਈ ਔਰ ਛਪਵਾਈ ਨਹੀਂ ਕਈ ਸਾਡੇ ਵਿਦਵਾਨਾਂ ਦਾ ਇਹ ਮਤ ਹੈ ਕਿ ਵੀ ਅੰਗਰੇਜ਼ਾਂ ਨੇ ਨਾ ਇਕੱਠਾ ਕਰਵਾਇਆ ਫੋਕਲੋਰ ਉਹਦਾ ਕੋਈ ਵਿਧੀਵਤ ਅਧਿਐਨ ਨਹੀਂ ਕੀਤਾ ਔਰ ਮੈਂ ਇਹ ਮੇਰਾ ਮੰਨਣਾ ਜਾਂ ਮੇਰੇ ਜੋ ਨੋਟਿਸ ਆਇਆ ਜਾਂ ਜੋ ਮੈਂ ਅਧਿਐਨ ਕੀਤਾ ਉਹਦੇ ਵਿੱਚ ਹੈ ਕਿ ਅੱਧੇ ਕੁਝ ਅੰਗਰੇਜ਼ ਇਹੋ ਜਿਹੇ ਜ਼ਰੂਰ ਨੇ ਕਿ ਜਿਹੜੇ ਸਿਰਫ ਕਲੈਕਸ਼ਨ ਤੱਕ ਸੀਮਿਤ ਨੇ ਪਰ ਬਹੁਤ ਸਾਰੇ ਅੰਗਰੇਜ਼ ਇਹੋ ਜਿਹੇ ਨੇ ਜਿਨ੍ਹਾਂ ਦਾ ਮੈਥਡੋਲੋਜੀ ਦੇ ਪੱਖੋਂ ਵੀ ਬਹੁਤ ਹੀ ਉੱਤਮ ਕਿਸਮ ਦਾ ਕੰਮ ਹੈ ਔਰ ਰਾਬਰਟ ਮਕਾਨਸ਼ੇ ਉਹਨਾਂ ਦਿਨਾਂ ਦੇ ਵਿੱਚ 1884 ਦੇ ਵਿੱਚ ਜਦੋਂ ਉਹ ਅਖਾਣ ਛਾਪ ਰਿਹਾ ਤਾਂ ਉਹਦੀ ਭੂਮਿਕਾ ਜਿਸ ਤਰ੍ਹਾਂ ਨਾਲ ਲਿਖਦਾ ਜਿਸ ਤਰ੍ਹਾਂ ਦੀ ਉਹਦੀ ਕਲਾਸੀਫਿਕੇਸ਼ਨ ਕਰਦਾ ਭਾਈ ਜ਼ਮੀਨ ਨਾਲ ਸੰਬੰਧਿਤ ਅਖਾਣ ਔਰਤ ਦੀ ਸਥਿਤੀ ਨਾਲ ਸੰਬੰਧਿਤ ਅਖਾਣ ਸ਼ਾਹੂਕਾਰੇ ਨਾਲ ਸੰਬੰਧਿਤ ਅਖਾਣ ਮਤਲਬ ਉਹਨਾਂ ਦੀ ਕੈਟੇਗਰੀਜ਼ ਦੇਖ ਕੇ ਪਸ਼ੂਆਂ ਨਾਲ ਦੁੱਧ ਦੇਣ ਵਾਲੇ ਪਸ਼ੂਆਂ ਨਾਲ ਹਲ ਵਾਹੁਣ ਵਾਲੇ ਪਸ਼ੂਆਂ ਨਾਲ ਔਰ ਨਾਲ ਦੀ ਨਾਲ ਉਹਦੇ 'ਤੇ ਟਿੱਪਣੀਆਂ ਕਰਦਾ ਹੇਠਾਂ ਫੁੱਟਨੋਟਸ ਜਿਹੜੇ ਆ ਉਹਦੇ ਵਿੱਚ ਦੇ ਕੇ ਹੁਣ ਇਸ ਖੈਰ ਇਹ ਅੰਗਰੇਜ਼ਾਂ ਦਾ ਰਵੱਈਆ ਤਾਂ ਸਾਡੇ ਪ੍ਰਤੀ ਜੋ ਇੰਟਰੋਡਕਸ਼ਨ ਦੇ ਵਿੱਚ ਉਹ ਪਤਾ ਕੀ ਲਿਖਦਾ ਭਾਈ ਮੈਂ ਗਿਆ ਇੱਕ ਪਿੰਡ ਨੂੰ ਘਰ ਦੇ ਵਿੱਚ ਜਦੋਂ ਹੀ ਦਹਲੀਜ਼ ਟੱਪੀ ਅੱਗੇ ਮੁਸ਼ਕਮਾਰ ਦਾ ਮਾਹੌਲ ਸੀ ਜਨਾਨੀਆਂ ਦੇ ਹੱਥ ਪਾਏ ਹੋਏ ਕੱਪੜੇ ਅਤੇ ਉਹਨਾਂ ਦੀ ਕੈਂਚੀ ਵਾਂਗ ਚੱਲਦੀ ਜ਼ਬਾਨ ਅਤੇ ਕਹਿੰਦਾ ਹੁੱਕਾ ਫੜ ਕੇ ਬੈਠੇ ਹੋਏ ਲੋਕ ਅਤੇ ਕਹਿੰਦਾ ਕੋਈ ਵੀ ਜਿਹੜਾ ਸਿਵਲਾਈਜ਼ਡ ਬੰਦਾ ਆ ਉਹੋ ਜਿਹੀ ਥਾਂ 'ਤੇ ਬਹੁਤਾ ਚਿਰ ਰੁਕ ਕੇ ਖਲੋ ਨਹੀਂ ਸਕਦਾ ਇਹ ਹੁਣ ਅਸੀਂ ਉਸ ਪੁਸਤਕ ਨੂੰ ਪੰਜਾਬੀ 'ਚ ਟਰਾਂਸਲੇਟ ਕਰਵਾਇਆ ਅਤੇ ਛਪਾਉਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ ਅਤੇ ਉਹ ਜਿਹੜਾ ਹੁੰਦਾ ਇਹ ਐਟੀਟਿਊਡ ਤਾਂ ਆਪਣੀ ਥਾਂ ਹੈ ਪਰ ਮੈਂ ਬਾਅਦ 'ਚ ਅਸੀਂ ਜਦੋਂ ਇਹਨਾਂ ਕੋਸ਼ਾਂ ਨੂੰ ਦੇਖਦੇ ਹਾਂ ਨਾ ਅਤੇ ਜਦੋਂ ਪੰਜਾਬੀ 'ਚ ਸਾਡੇ ਅਖਾਣ ਕੋਸ਼ ਆਉਣ ਲੱਗਦੇ ਨੇ ਜਿਹੜੇ ਅਤੇ ਫਿਰ ਲੱਗਦਾ ਯਾਰ ਇਹਨਾਂ ਪੰਜਾਬੀ ਵਾਲਿਆਂ ਨੇ ਤਾਂ ਕੁਛ ਮਿਹਨਤ ਬਹੁਤੀ ਕੀਤੀ ਨਹੀਂ ਉੱਥੋਂ ਸਿੱਧਾ ਹੀ ਬਹੁਤਾ ਮੈਂ ਖੈਰ ਮੇਰੀ ਰਿਸਪੈਕਟ ਹੈ ਉਹਨਾਂ ਪ੍ਰਤੀ ਉਹਨਾਂ ਲੋਕਾਂ ਪ੍ਰਤੀ ਪਰ ਕਿਉਂ ਜੋ ਉਹਨਾਂ ਅੰਗਰੇਜ਼ਾਂ ਦਾ ਕੰਮ ਪੂਰੀ ਤਰ੍ਹਾਂ ਸਾਡੇ ਸਾਹਮਣੇ ਨਹੀਂ ਆਇਆ ਇਸ ਕਰਕੇ ਟੈਂਪਲ ਦੇ ਬਾਰੇ ਸਾਰੇ ਜਾਣਦੇ ਨੇ ਕਿ ਵੀ ਉਹਨੂੰ ਦ ਲੈਜੈਂਡਸ ਆਫ ਦੀ ਪੰਜਾਬ ਗਥਾਵਾਂ 57 ਗਥਾਵਾਂ ਜਿਹੜੀਆਂ ਨੇ 3 ਜਲਦਾਂ 'ਚ ਪਬਲਿਸ਼ ਕੀਤੀਆਂ ਜਦ ਕਿ ਇੱਕ ਥਾਂ 'ਤੇ ਉਹ ਕਹਿੰਦਾ ਕਿ ਮੇਰੇ ਕੋਲ 114 ਗਥਾਵਾਂ ਨੇ 57 ਮੈਂ ਛਾਪਤੀਆਂ ਨੇ 57 ਛਾਪਣੀਆਂ ਨੇ ਫਿਰ ਉਸ ਦਾ ਇੱਕ ਥਾਂ 'ਤੇ ਦਾ ਡੈਸਰਟੇਸ਼ਨ ਆਫ ਪੰਜਾਬ ਪ੍ਰੋਪਰ ਪੰਜਾਬੀ ਨੇਮਸ ਉਹ ਗ੍ਰੰਥ ਵੀ ਸਾਡੇ ਸਾਹਮਣੇ ਜਦੋਂ ਆਉਂਦਾ ਅਤੇ ਉਹਦੇ ਨਾਂ ਬਾਰੇ ਸਾਨੂੰ ਪਤਾ ਲੱਗਦਾ ਉਹ ਵੀ ਅਸੀਂ ਕਿਤੋਂ ਨਾ ਕਿਤੋਂ ਪ੍ਰਾਪਤ ਕਰਦੇ ਹਾਂ ਫਿਰ ਅਸੀਂ ਉਹਨੂੰ ਲੱਭਿਆ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਢੰਗ ਦਾ ਟੈਂਪਲ ਦਾ ਵਿਜ਼ਨ ਹੈ ਮਤਲਬ ਦਾ ਸਾਇੰਸ ਆਫ ਫੋਕਲੋਰ ਇੱਕ ਉਹਨੇ ਪੇਪਰ ਲਿਖਿਆ ਉਹਨਾਂ ਦਿਨਾਂ 'ਚ ਜਦੋਂ ਫੋਕਲੋਰ ਮੁੱਢਲੇ ਹੀ ਦੌਰ ਦੇ ਵਿੱਚ ਸੀਗਾ ਡਿਸਿਪਲਨ ਅਤੇ ਉਹ ਕਮਾਲ ਦੀ ਡੈਪਥ ਹੈ ਉਸ ਪੇਪਰ ਦੇ ਵਿੱਚ ਇਹ ਜਿਹੜਾ ਡੈਸਰਟੇਸ਼ਨ ਆਫ ਪ੍ਰੋਪਰ ਪੰਜਾਬੀ ਨੇਮਸ ਲਿਖਦਾ ਇਹਨੂੰ ਉਹ 75,000 ਪੰਜਾਬੀ ਨਾਮ ਚੁਣਦਾ ਹੈ ਜਿਹੜੇ ਨਾਂ ਉਹਨੂੰ ਇਕੱਠੇ ਕਰਕੇ ਦਿੰਦੇ ਨੇ ਲੋਕ 75,000 ਪੰਜਾਬੀ ਨਾਮਾਂ ਦੇ ਵਿੱਚੋਂ ਫਿਰ ਉਹ ਉਹਨਾਂ ਨੂੰ ਸਿਲੈਕਟ ਕਰਦਾ ਔਰ ਸਿਲੈਕਟ ਕਰਕੇ ਉਹਦੀ ਜੋ ਜਿਸ ਢੰਗ ਨਾਲ ਕਲਾਸੀਫਿਕੇਸ਼ਨ ਕਰਦਾ ਹੈ ਉਹ ਕਮਾਲ ਦੀ ਹੈ ਉਹ ਕਲਾਸੀਫਿਕੇਸ਼ਨ ਦੇ ਵਿੱਚ ਵੀ ਕਿਵੇਂ ਧਰਮ ਦੇ ਨਾਂ 'ਤੇ ਸਾਡੇ ਨਾਂ ਕਿਵੇਂ ਸ਼ੁਰੂ ਹੁੰਦੇ ਰੁੱਖਾਂ ਦੇ ਨਾਂ 'ਤੇ ਕਿਵੇਂ ਸ਼ੁਰੂ ਹੁੰਦੇ ਦਰਿਆਵਾਂ ਨਦੀਆਂ ਦੇ ਨਾਂ 'ਤੇ ਕਿਵੇਂ ਸ਼ੁਰੂ ਹੁੰਦੇ ਪਿੰਡਾਂ ਸ਼ਹਿਰਾਂ ਦੇ ਨਾਂ 'ਤੇ ਕਿਵੇਂ ਸ਼ੁਰੂ ਬਣਦੀਆਂ ਕੈਟੇਗਰੀਜ਼ ਬਣਦੀਆਂ ਨੇ ਤੋ ਇਸ ਕਰਕੇ ਮੈਂ ਇਸ ਧਾਰਨਾ ਤੋਂ ਥੋੜ੍ਹਾ ਹਟ ਕੇ ਸੋਚਦਾ ਕਿ ਉਹ ਅੰਗਰੇਜ਼ਾਂ ਨੇ ਸਿਰਫ ਠੀਕ ਹੈ ਉਹਨਾਂ ਦਾ ਇੱਕ ਆਪਣਾ ਮਕਸਦ ਸੀ ਉਹ ਸਾਡੇ 'ਤੇ ਰਾਜ ਕਰਨਾ ਚਾਹੁੰਦੇ ਸੀ ਉਹ ਟੈਂਪਲ ਨੇ ਐਗਜ਼ੈਕਟਲੀ ਇਸ ਤਰ੍ਹਾਂ ਦੇ ਪਹਿਰੇ ਲਿਖੇ ਹੋਏ ਆ ਵੀ ਜੇ ਇਹਨਾਂ ਲੋਕਾਂ 'ਤੇ ਅਸੀਂ ਪੱਕਾ ਰਾਜ ਕਰਨਾ ਅਤੇ ਫਿਰ ਆਹ ਕੰਮ ਸਾਨੂੰ ਕਰਨੇ ਪੈਣਗੇ ਔਰ ਇਹਨਾਂ ਦੇ ਨਾਲ ਨੇੜਤਾ ਵਧਾਉਣੀ ਪਏਗੀ ਇਹਨਾਂ ਦੇ ਉਹ ਨੇੜਤਾ ਕਲਚਰ ਨੂੰ ਸਮਝਣ ਦੇ ਨਾਲ ਅਤੇ ਫੋਕਲੋਰ ਨੂੰ ਸਮਝਣ ਦੇ ਨਾਲ ਹੀ ਇਹਨਾਂ ਨਾਲ ਬਣ ਸਕਦੀ ਹੈ ਉਹ 57 ਕਥਾਵਾਂ ਜਿਹੜੀਆਂ ਟੈਂਪਲ ਦੀਆਂ ਅਜੇ ਵੀ ਨਹੀਂ ਲੱਭੀਆਂ ਸਾਨੂੰ ਜਿਹੜੀਆਂ ਕਿ ਉਹ ਕਹਿੰਦਾ ਵੀ ਮੇਰੇ ਕੋਲ 114 ਸੀ 57 ਮੈਂ ਛਾਪਤੀਆਂ ਕੋਸ਼ਿਸ਼ 'ਚ ਹੈਗੇ ਲੱਗੇ ਅਸੀਂ ਅਜੇ ਵੀ ਲੱਗੇ ਹੋਏ ਹਾਂ ਕਈ ਵਾਰੀ ਸਵਾਲ ਮਨ 'ਚ ਪੈਦਾ ਹੁੰਦਾ ਵੀ ਉਹਨੇ ਕਿਉਂ ਨਹੀਂ ਛਾਪੀਆਂ ਮੈਨੂੰ ਕਈ ਵਾਰੀ ਇਹ ਵੀ ਲੱਗਦਾ ਹੁੰਦਾ ਵੀ ਹੋ ਸਕਦਾ ਉਹਦੇ ਵਿੱਚ ਸਾਡਾ ਗੌਰਵ ਜ਼ਿਆਦਾ ਝਲਕਦਾ ਹੋਵੇ ਸਾਡੇ ਸੂਰਬੀਰ ਜਾਂ ਸਾਡੇ ਹਰੀ ਸਿੰਘ ਨਲੂਆ ਜਾਂ ਦੂਸਰਿਆਂ ਤੀਸਰਿਆਂ ਨਾਲ ਸੰਬੰਧਿਤ ਉਹਨਾਂ ਦੇ ਨਾਂ ਸਾਨੂੰ ਪਤਾ ਲੱਗ ਗਏ ਉਹਨਾਂ ਨਾਲ ਸੰਬੰਧਿਤ ਹੋਣ 'ਤੇ ਉਹਨਾਂ ਨੇ ਕਿਹਾ ਛੱਡੋ ਯਾਰ ਇਹ ਕੀ ਛਾਪਣੀਆਂ
ਪਰ ਐਨੀ ਹੋ ਸਕਦਾ ਉਹ ਕਿਤੇ ਅਜੇ ਪਈਆਂ ਵੀ ਹੋਣ ਕਿਤੇ ਕਿਸੇ ਥਾਂ ਦੇ ਉੱਤੇ। ਉਹਦੇ ਨਾਲ ਰਾਬਤਾ ਵੀ ਕਾਇਮ ਕੀਤਾ ਉਹਦੇ ਬੱਚਿਆਂ ਨਾਲ, ਟੈਂਪਲ ਦੇ ਅੱਗੋਂ ਜਿਹੜੀ ਔਲਾਦ ਹੈ, ਪਰ ਉਹ ਕਹਿੰਦੇ ਵੀ ਨਹੀਂ ਸਾਨੂੰ ਇਹਦੇ ਬਾਰੇ ਕੋਈ ਬਹੁਤਾ ਪਤਾ ਨਹੀਂ। ਤੋ ਇਸ ਤਰ੍ਹਾਂ ਜਿਹੜਾ ਅੰਗਰੇਜ਼ਾਂ ਦੁਆਰਾ ਕੀਤਾ ਹੋਇਆ ਕੰਮ ਹੈ, ਤੁਸੀਂ ਡੈਨੀਅਲ ਐਬਟਸਨ ਦੀਆਂ ਜਿਹੜੀਆਂ 3 ਜਿਲਦਾਂ ਵਿੱਚ ਕਾਸਟ ਤੇ ਟਰਾਈਬਸ ਦੇ ਉੱਤੇ ਲਿਖਿਆ ਕੰਮ ਕੀਤਾ ਹੋਇਆ ਕੰਮ ਹੈ, ਬੜਾ ਵਿਸਥਾਰ 'ਚ ਉਹਨੇ ਕੀਤਾ ਹੋਇਆ ਕੰਮ ਹੈ। ਔਰ 35 ਸਾਲ ਦੀ ਉਮਰ 'ਚ ਉਹ ਬੰਦੇ ਦੀ ਡੈਥ ਹੋ ਜਾਂਦੀ ਆ। 35 ਸਾਲ ਦੀ ਉਮਰ 'ਚ ਉਹ ਇੰਨਾ ਮਾਨੂਮੈਂਟਲ ਕੰਮ ਕਰ ਜਾਂਦਾ। ਸ਼ਿਮਲੇ ਜਾਓ ਤੇ ਜਿਹੜਾ ਮੇਨ ਗਿਰਜਾ ਘਰ ਹੈ ਉਹਦੇ ਵਿੱਚ ਐਬਟਸਨ ਦਾ ਨਾਂ ਲਿਖਿਆ ਹੋਇਆ, ਉਹਦਾ ਆਨਰ ਉਹਨੂੰ ਪੇਸ਼ ਕੀਤੀ ਹੋਈ ਹੈ। ਇਸ ਤਰ੍ਹਾਂ ਹੋਰ ਬਹੁਤ ਸਾਰੇ ਕੰਮ ਸਾਡੇ ਇਹਨਾਂ ਵਿਦਵਾਨਾਂ ਦੇ ਨੇ। ਵਿਲੀਅਮ ਕਰੁਕ ਹੈ ਜਾਂ ਐਨੀ ਫਲੋਰਾ ਸਟੀਲ ਹੈ, ਸਵਿਨ ਟਰਨਰ, ਰੋਮਾਂਟਿਕ ਟੇਲਸ ਫਰੋਮ ਦੀ ਪੰਜਾਬ, ਬਹੁਤ ਸਾਰੀ ਡਿਟੇਲ ਜਿਹੜੀ ਹੈ। ਜੇ ਮੈਂ ਉਹ ਸਾਰੇ ਦੀ ਇੱਕ ਦੀ ਡਿਟੇਲ ਵਿੱਚ ਜਾਵਾਂ ਤਾਂ ਫਿਰ ਅੱਗੇ ਤੁਰਨਾ ਔਖਾ ਹੋ ਜਾਏਗਾ। ਮੇਰਾ ਮਤਲਬ ਇਹ ਹੈ ਕਿ ਫੋਕਲੋਰ ਦੇ ਡਿਸਿਪਲਿਨ ਦੇ ਭਾਵੇਂ ਇਹ ਡਿਸਿਪਲਿਨ ਜਾਂ ਫੋਕਲੋਰ ਸ਼ਬਦ ਹੀ 1846 ਵਿੱਚ ਸਾਹਮਣੇ ਆਇਆ ਸੀ। ਅਤੇ ਉਸ ਤੋਂ ਪਹਿਲਾਂ ਜਿਹੜੀਆਂ ਸਾਡੀਆਂ ਕਲਚਰਲ ਐਂਥਰੋਪੋਲੋਜੀ ਦੇ ਖੇਤਰ ਦੇ ਵਿੱਚ ਨਾ ਇਹਦਾ ਅਧਿਐਨ ਜ਼ਰੂਰ ਹੁੰਦਾ ਰਿਹਾ, ਇਹ ਜਿਹੜੀਆਂ ਪਾਪੂਲਰ ਟਰਡੀਸ਼ਨ ਜੀ ਸਾਡੀਆਂ। ਪਰ ਇੱਕ ਸਮਾਂ ਆਇਆ 19ਵੀਂ ਸਦੀ ਦੇ ਵਿੱਚ ਜਦੋਂ ਲੋਕਾਂ ਨੂੰ ਲੱਗਣ ਲੱਗ ਗਿਆ ਕਿ ਜਿਹੜੀ ਟਰਡੀਸ਼ਨਲ ਜੀਵਨ ਜਾਚ ਹੈ ਸਾਡੇ ਪੁਰਖਿਆਂ ਦੀ, ਉਹ ਬਿਲਕੁਲ ਤਬਦੀਲ ਹੋ ਰਹੀ ਹੈ। ਤਾਂ ਉਦੋਂ ਇਹ ਚਿੰਤਾ ਪਈ ਕਿ ਇਹਨਾਂ ਜਿਹੜੀਆਂ ਗੁੰਮ ਗੁਆਚ ਰਹੀਆਂ ਪਰੰਪਰਾਵਾਂ ਨੇ, ਇਹਨਾਂ ਨੂੰ ਸਾਂਭ ਲਿਆ ਜਾਵੇ। ਉਹ ਸਾਂਭਣ ਦੀ ਚਿੰਤਾ ਦੇ ਵਿੱਚੋਂ ਮੁੱਢਲਾ ਫੋਕਲੋਰ ਅਤੇ ਫੋਕਲੋਰ ਦਾ ਡਿਸਿਪਲਿਨ ਜਿਹੜਾ ਨਾ ਉਹ ਹੋਂਦ ਵਿੱਚ ਆਉਂਦਾ। ਔਰ ਇਹ ਬਾਅਦ 'ਚ ਜਿਹੜੇ ਸਾਡੇ ਪੰਜਾਬੀ ਦੇ ਵਿੱਚ ਵੀ ਅੱਗੋਂ ਵਿਦਵਾਨ ਆਉਂਦੇ ਨੇ ਜਿਹੜੇ ਇਹ ਚਿੰਤਾ ਲਾਉਂਦੇ ਨੇ ਵੀ ਵਾਕਈ ਯਾਰ ਸਾਡੇ ਲੋਕ ਗੀਤ ਗੁੰਮ ਗਵਾਚ ਰਹੇ ਨੇ, ਸਾਡੀਆਂ ਰਵਾਇਤਾਂ ਗਵਾਚ ਰਹੀਆਂ ਨੇ। ਤਾਂ ਉਹ ਫਿਰ ਇਹ ਸੰਗ੍ਰਹਿ ਕਰਨੇ ਸ਼ੁਰੂ ਕਰਦੇ ਨੇ। ਮੁੱਢਲੇ ਜਿਹੜੇ ਸਾਡੇ ਲੋਕ ਗੀਤ ਸੰਗ੍ਰਹਿਕਾਰ ਨੇ, ਦਵਿੰਦਰ ਸਤਿਆਰਥੀ ਤੋਂ ਲੈ ਕੇ ਮਹਿੰਦਰ ਸਿੰਘ ਰੰਧਾਵਾ, ਹਰਜੀਤ ਸਿੰਘ, ਸ਼ਮਸ਼ੇਰ ਸਿੰਘ, ਕਰਤਾਰ ਸਿੰਘ ਸ਼ਮਸ਼ੇਰ, ਨੈਂਚਨਾ ਵਗੈਰਾ ਕਿਤਾਬਾਂ ਜਾਂ ਪੰਜਾਬਣ ਦੇ ਗੀਤ, ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਨੇ ਉਹ ਲੋਕ ਇਕੱਤਰ ਕਰਕੇ ਇਹਨਾਂ ਨੂੰ ਸਾਡੇ ਸਾਹਮਣੇ ਲੈ ਕੇ ਆਉਂਦੇ ਨੇ। ਇਹ ਕੈਟੇਗਰੀ ਜਿਹੜੀ ਹੈ ਇਹ ਉਹ ਵਿਦਵਾਨ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਤਾਂ ਨਿਰੋਲ ਆਪਣੇ ਸ਼ੌਕੀਆ ਕੰਮ ਕਰਨ ਵਾਲੇ ਨੇ, ਕੁਝ ਜਿਹੜੇ ਨੇ ਅਧਿਐਨ ਅਧਿਆਪਨ ਨਾਲ ਜੁੜੇ ਹੋਏ ਲੋਕ ਨੇ, ਜਿਵੇਂ ਅੰਮ੍ਰਿਤਾ ਪ੍ਰੀਤਮ ਹੈ ਉਸਨੇ ਇਕੱਤਰ ਕੀਤੇ, ਦਵਿੰਦਰ ਸਤਿਆਰਥੀ ਨੇ ਆਪਣੇ ਸ਼ੌਕ ਨਾਲ ਇਕੱਤਰ ਕੀਤੇ, ਦੀਵਾ ਬਲੇ ਸਾਰੀ ਰਾਤ, ਗਿੱਧਾ ਉਹਦੀ ਸਭ ਤੋਂ ਪਹਿਲੀ ਲੋਕ ਗੀਤਾਂ ਦੀ ਕਿਤਾਬ ਸੀ। ਤੋ ਇਸ ਤਰ੍ਹਾਂ ਵੱਡੀ ਮਾਤਰਾ ਦੇ ਵਿੱਚ ਜਿਹੜੇ ਸਾਡੇ ਉਹ ਲੋਕ ਗੀਤ ਨੇ, ਉਹ ਲੋਕ ਗੀਤਾਂ ਵੱਲ ਅਜੇ ਤੱਕ ਸਾਡੇ ਵਿਦਿਆਰਥੀਆਂ ਦਾ ਧਿਆਨ ਨਹੀਂ ਜਾਂਦਾ। ਉਹ ਕਿਤਾਬਾਂ ਜੇਕਰ ਤੁਸੀਂ ਦੇਖੋ ਨਾ, ਢੋਲੇ ਨਾਲ ਸੰਬੰਧਿਤ ਅਤੇ ਹੋਰ ਗੀਤ ਜਿਹੜੇ ਇੰਨੇ ਨੇ ਖੂਬਸੂਰਤ ਉਹ ਸਾਡੀ ਫੋਕ ਪੋਇਟਰੀ ਹੈ। ਜਦੋਂ ਤੁਸੀਂ ਉਹਨੂੰ ਪੜ੍ਹਦੇ ਹੋ ਤਾਂ ਫਿਰ ਤੁਹਾਨੂੰ ਪਤਾ ਲੱਗਦਾ ਕਿ ਵੀ ਤੁਹਾਡੀ ਫੋਕ ਪੋਇਟਰੀ ਦੇ ਲੈਵਲਸ ਐਸਥੈਟਿਕਸ ਦੀ ਪੱਧਰ 'ਤੇ ਵੀ ਕਿਸ ਲੈਵਲ ਦੀ ਉਹ ਪੋਇਟਰੀ ਹੈਗੀ ਹੈ। ਔਰ ਉਹ ਸਾਨੂੰ ਦੇ ਸਕਦੀ ਹੈ ਅੱਗੋਂ। ਮੈਂ ਤਾਂ ਕਈ ਵਾਰੀ ਇਹ ਵੀ ਹੈਰਾਨ ਹੁੰਦਾ ਕਿ ਅਸੀਂ ਨਵੇਂ ਪੱਛਮ ਦੇ ਸਾਰੇ ਵਿਧਾਵਾਂ ਜਿਹੜੀਆਂ ਨੇ ਉਹ ਚੁਣ ਲਈਆਂ ਅਤੇ ਅਸੀਂ ਆਪਣੀਆਂ ਨੂੰ ਅੱਗੇ ਲੈ ਕੇ ਚੱਲਦੇ। ਕਿ ਬੋਲੀ ਵਿੱਚ ਨਹੀਂ ਕੁਝ ਕਿਹਾ ਜਾ ਸਕਦਾ ਨਵਾਂ, ਕਿ ਟੱਪੇ ਵਿੱਚ ਕੁਝ ਨਵਾਂ ਨਹੀਂ ਕਿਹਾ ਜਾ ਸਕਦਾ ਸੀ, ਕਿ ਢੋਲੇ ਵਿੱਚ ਕੋਈ ਨਵਾਂ ਨਹੀਂ ਕਿਹਾ ਜਾ ਸਕਦਾ ਸੀ। ਤਾਂ ਉਹ ਇੱਕ ਤਰ੍ਹਾਂ ਨਾਲ ਇੱਕ ਸਮਾਂ ਆਇਆ ਸੀ ਜਦੋਂ ਅੰਗਰੇਜ਼ਾਂ ਨੂੰ ਖੁਸ਼ ਕਰਨ ਦੀ ਖਾਤਰ ਸਾਡੇ ਲੋਕਾਂ ਨੇ ਇਹ ਵੀ ਕਿਹਾ ਨਿੱਕੀ ਕਹਾਣੀ ਵੀ ਪੱਛਮ 'ਚੋਂ ਆਈ, ਨਾਵਲ ਵੀ ਪੱਛਮ 'ਚੋਂ ਆਇਆ। ਸਾਨੂੰ ਪੜ੍ਹਾਇਆ ਗਿਆ ਕਲਾਸਾਂ ਦੇ ਵਿੱਚ ਕਿ ਨਿੱਕੀ ਕਹਾਣੀ, ਆਹ ਧਾਲੀਵਾਲ ਸਾਹਿਬ ਬੈਠੇ ਨੇ ਨਿੱਕੀ ਕਹਾਣੀ ਦੇ ਮਾਹਿਰ ਲਿਖਣ ਦੇ। ਨਿੱਕੀ ਕਹਾਣੀ ਭਾਈ ਸਾਡੇ ਕੋਲ ਭਾਰਤ ਦੇ ਵਿੱਚ ਏਡੀ ਲੰਮੀ ਚੌੜੀ ਫੋਕ ਨੈਰੇਟਿਵ ਦੀ ਪਰੰਪਰਾ ਆ। 5000 ਸਾਲ ਪਹਿਲਾਂ ਪੰਚਤੰਤਰ ਲਿਖਿਆ ਗਿਆ, ਉਪਨਿਸ਼ਦਾਂ ਦੀਆਂ ਕਹਾਣੀਆਂ, ਜਾਤਕ ਕਥਾਵਾਂ, ਰਾਮਾਇਣ, ਮਹਾਭਾਰਤ। ਜਦੋਂ ਤੁਹਾਡੇ ਕੋਲ ਤੁਸੀਂ ਉਹਦੇ ਵੱਲ ਆਪਣੀ ਪੁਰਾਣੀ ਨੈਰੇਟਿਵ ਪਰੰਪਰਾ ਵੱਲ ਝਾਤੀ ਮਾਰ ਕੇ ਵੇਖਦੇ ਹੋ ਅਤੇ ਉਹਦੇ ਵਿੱਚ ਕੋਈ ਵੰਨਗੀਆਂ ਅਨੇਕਾਂ ਜਾਨਰ ਦੇ ਪੱਧਰ 'ਤੇ ਕਿੰਨੀਆਂ ਰਿਚ ਹੈਗੀਆਂ ਨੇ। ਤਾਂ ਫਿਰ ਅਸੀਂ ਆਪਣੇ ਬੱਚਿਆਂ ਨੂੰ ਇਹ ਪੜ੍ਹਾਇਆ ਕਿ ਨਿੱਕੀ ਕਹਾਣੀ ਜਿਹੜੀ ਹੈ ਪੱਛਮ ਤੋਂ ਆਈ। ਨਾਵਲ 2300 ਸਾਲ ਪਹਿਲਾਂ ਤਮਲ 'ਚ ਲਿਖਿਆ ਗਿਆ, ਉਹਦਾ ਅਨੁਵਾਦ ਇੱਕ ਦਾ ਤੇ ਖਾਲਿਦ ਨੇ ਕੀਤਾ ਵੀ ਹੈ ਪੰਜਾਬੀ 'ਚ। ਤਾਂ ਇਹ ਜਿਹੜੇ ਇਹ ਸਾਰਾ ਕੁਝ ਕੀ ਹੈ, ਨਵੇਂ ਸਿਰਿਓਂ ਸਾਨੂੰ ਉਹ 'ਤੇ ਝਾਤ ਪਾਉਣ ਦੀ ਲੋੜ ਹੈ। ਜਿਹੜੀ ਅੱਜ ਸਾਡੀ ਪੀੜ੍ਹੀ ਹੈ ਨਾ, ਕਿ ਜਿਹੜੀਆਂ ਬਣੀਆਂ ਬਣਾਈਆਂ ਧਾਰਨਾਵਾਂ ਕਈ ਵਾਰੀ ਸਾਡੇ ਤੋਂ ਪਹਿਲੇ ਲੋਕ ਜਿਹੜੇ ਸਿਆਣੇ ਲੋਕ ਨੇ ਉਹ ਸਾਨੂੰ ਦੇ ਜਾਂਦੇ ਆ ਨਾ, ਉਹਨਾਂ 'ਤੇ ਪੁਨਰ ਵਿਚਾਰ ਕਰਨ ਦੀ ਵੀ ਲੋੜ ਹੁੰਦੀ ਹੈ, ਦੇਖਣ ਦੀ ਲੋੜ ਹੁੰਦੀ ਹੈ ਵੀ ਕੀ ਜਿਹੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਹ ਸੱਚਮੁੱਚ ਸਹੀ ਨੇ।
ਫੋਕਲੋਰ ਦਾ ਜਿੱਥੋਂ ਤੱਕ ਸੰਬੰਧ ਹੈ, ਇਹ ਸਾਡਾ ਰੀਜਨ ਜਿਹੜਾ ਉੱਤਰੀ ਭਾਰਤ ਜਿਹੜਾ ਆ, ਇਹਦੀ ਫੋਕਲੋਰ ਜਿਹੜੀ ਇੰਨੀ ਸਮਰਿੱਧ ਹੈ ਕਿ ਹਜ਼ਾਰਾਂ ਸਾਲ 'ਚ ਫੈਲੀ ਹੋਈ। ਪਰ ਇਹ ਵੱਖਰੀ ਗੱਲ ਹੈ ਕਿ ਇਹਨੂੰ ਉਹ ਮੌਕੇ ਨਹੀਂ ਮਿਲੇ ਇਹਨੂੰ ਸਾਂਭਣ ਦੇ, ਇਹਨੂੰ ਸਮਝਣ ਦੇ। ਇਹਨੂੰ ਕਿਤੇ ਨਾ ਸਟੇਟ ਦੇ ਪੱਖੋਂ ਕੋਈ ਅਹਿਮੀਅਤ ਹੈ, ਨਾ ਕੋਈ ਇੱਕ ਸੁਤੰਤਰ ਡਿਸਿਪਲਿਨ ਦੇ ਤੌਰ 'ਤੇ। ਬਾਹਰ ਯੂਰਪ ਦੇ ਵਿੱਚ ਲੀ ਸਾਹਿਬ ਜਾਣਦੇ ਨੇ, ਬਾਹਰ ਮੈਂ ਆਪਣੇ ਇੱਕ ਪ੍ਰੋਜੈਕਟ ਸਬਮਿਟ ਕੀਤਾ ਵਾਈਸ ਚਾਂਸਲਰ ਸਾਹਿਬ ਨੂੰ ਕਿ ਵੀ ਮੈਂ ਹੀ ਚਾਹੁੰਦੇ ਹਾਂ ਕਿ 1950 ਦੇ ਨੇੜੇ ਦਾ ਹੈਰੀਟੇਜ ਵਿਲੇਜ ਸਥਾਪਿਤ ਕੀਤਾ ਜਾਵੇ, ਜਿਹਦੇ ਵਿੱਚ ਸਾਡੇ ਪੁਰਖਿਆਂ ਦੀ ਜੀਵਨ ਜਾਤ ਜਿਹੜੀ ਹੈ ਨਾ, ਉਹ ਡਿਟੇਲ ਪ੍ਰੋਜੈਕਟ 80 ਸਫ਼ੇ ਦਾ ਲਿਖ ਕੇ ਮੈਂ ਤਰਲੇ ਤੁਰਲੇ ਕਰਕੇ ਭੇਜਿਆ ਸੈਂਟਰ ਨੂੰ। 20 ਕਰੋੜ ਰੁਪਈਆ ਮਿਲਿਆ। ਮੁੜ ਕੇ ਪੰਜਾਬ ਗਵਰਨਮੈਂਟ ਕਹਿੰਦੀ ਕਿ ਅਸੀਂ ਬਣਾਵਾਂਗੇ ਇਹ ਹੈਰੀਟੇਜ ਵਿਲੇਜ, ਯੂਨੀਵਰਸਿਟੀ ਦਾ ਕੰਮ ਨਹੀਂ। ਮੇਰਾ ਵਾਈਸ ਚਾਂਸਲਰ ਇੱਕ ਦਿਨ ਖਿੜ ਕੇ ਮੈਨੂੰ ਕਹਿੰਦਾ, ਉਹ ਯਾਰ ਤੂੰ ਕਿਹੜੇ ਪੁੱਠੇ ਪਾਸੇ ਪਿਆ ਹੋਇਆ, ਉਹ ਯੂਨੀਵਰਸਿਟੀਆਂ ਦਾ ਕੰਮ ਨੇ ਹੈਰੀਟੇਜ ਵਿਲੇਜ ਬਣਾਉਣਾ। ਮੈਂ ਕਿਹਾ ਸਰ ਵਾਈਸ ਚਾਂਸਲਰ ਸਾਹਿਬ ਯੂਨੀਵਰਸਿਟੀ ਦੇ ਚਾਹੁਣ ਤੇ ਕੰਮ ਅੱਗੇ ਚੱਲਦਾ, ਨਾ ਚਾਹੁਣ ਤੇ ਨਹੀਂ ਚੱਲਦਾ। ਮੈਂ ਤੁਹਾਨੂੰ ਹੁਣੇ ਹੀ ਜਾ ਕੇ ਇੱਕ ਕਿਤਾਬ ਲਿਆ ਕੇ ਦਿੰਦਾ ਜਿਹਦੇ ਵਿੱਚ ਉਹਨੇ ਲਿਖਿਆ ਵੀ ਸਾਡੇ ਅਮਰੀਕਾ ਦੀਆਂ 29 ਯੂਨੀਵਰਸਿਟੀਆਂ ਦੇ ਆਪਣੇ ਆਰਕਾਈਵਸ ਤੇ ਉਹ ਨੇ। ਮੈਂ ਤੁਹਾਨੂੰ ਇੰਡੀਆ ਦੇ ਵਿੱਚ ਐਗਜ਼ਾਮਪਲਸ ਦਿੰਦਾ ਵੀ ਕਿੰਨੀਆਂ ਯੂਨੀਵਰਸਿਟੀਆਂ ਦੇ ਆਪਣੇ ਮਿਊਜ਼ੀਅਮ ਅਤੇ ਆਰਕਾਈਵਸ ਨੇ। ਨੇਹੂ ਯੂਨੀਵਰਸਿਟੀ ਆਪਾਂ ਦੇਖਿਆ ਨਹੀਂ ਲੀ ਸਾਹਿਬ, ਤੁਸੀਂ ਅਹਿਮਦਾਬਾਦ ਜਾਓ 11 ਮਿਊਜ਼ੀਅਮ ਇੱਕ ਹੀ ਸ਼ਹਿਰ ਦੇ ਵਿੱਚ। ਅਤੇ ਮੇਰਾ ਵਾਈਸ ਚਾਂਸਲਰ ਮੈਨੂੰ ਇਹ ਦਬਕਾ ਲਾ ਰਿਹਾ ਕਿ ਵੀ ਤੂੰ ਕਿਹੜੇ ਪੁੱਠੇ ਪਾਸੇ। ਮੈਂ ਕਿਹਾ ਸਰ ਮੈਂ ਤਾਂ ਇੱਕ ਸਧਾਰਨ ਜਿਹੇ ਕਿਸਾਨ ਦਾ ਬੱਚਾ ਸੀ ਅਤੇ ਇਹ ਆਰਥਿਕ ਲੋੜਾਂ ਪੂਰੀਆਂ ਹੋ ਗਈਆਂ ਅਤੇ ਮੈਨੂੰ ਲੱਗਿਆ ਸੀ ਕਿ ਕੋਈ ਕੰਮ ਇਹੋ ਜਿਹਾ ਕਰੀਏ ਜਿਹੜਾ ਥੋੜ੍ਹਾ ਜਿਹਾ ਯਾਦਗਾਰੀ ਕੰਮ ਹੋਵੇ। ਆਪਣੀ ਉੱਧਰ ਲਾਉਣਾ ਚਾਹੁੰਦੇ ਸੀ ਐਨਰਜੀ। ਪਰ ਜੇ ਤੁਹਾਡਾ ਤੁਸੀਂ ਇਹ ਵਿਊ ਰੱਖ ਦਿਓ ਤਾਂ ਕੋਈ ਗੱਲ ਨਹੀਂ ਜੀ, ਮੈਂ ਪਿੱਛੇ ਹੋ ਗਿਆ। ਉਹ ਬਾਅਦ 'ਚ ਹੈਰੀਟੇਜ ਵਿਲੇਜ ਬਣਿਆ ਵੀ ਕਿਸ ਤਰ੍ਹਾਂ ਦਾ ਬਣਿਆ, ਉਹ ਹੁਣ ਲੋਕ ਵੇਖਣ ਵੀ ਬਹੁਤ ਜਾਂਦੇ ਨੇ, ਪਰ ਮੈਂ ਉਹ ਨਹੀਂ ਵੇਖ ਸਕਦਾ ਕਿਉਂਕਿ ਉਹਦੇ ਵਿੱਚ ਜੋ ਪੰਜਾਬੀਅਤ, ਜੋ ਉਹ ਐਲੀਮੈਂਟ, ਜੋ ਉਹ ਲੈਵਲਸ ਅਸੀਂ ਸੋਚੇ ਸੀ ਸਾਡੇ, ਮੈਂ ਇਕੱਲੇ ਨਹੀਂ ਸੋਚੇ। ਅਸੀਂ 3 ਦਿਨ ਦੀ ਵਰਕਸ਼ਾਪ ਕਰਵਾਈ ਸੀ ਉੱਥੇ, ਸਾਰੇ ਵਿਦਵਾਨਾਂ ਨੂੰ, ਬਜ਼ੁਰਗਾਂ ਨੂੰ ਪਿੰਡਾਂ ਤੋਂ ਸੱਦਿਆ ਵੀ ਦੱਸੋ ਜੀ ਜੇ 50 ਦਾ ਪਿੰਡ ਬਣਾਉਣਾ ਤਾਂ ਉਹਦੇ ਵਿੱਚ ਕਿਹੜੇ ਐਲੀਮੈਂਟ ਜਿਹੜੇ ਆ ਉਹ ਹੋਣਗੇ। ਐਨੀ ਹਾਓ ਮੇਰਾ ਮਤਲਬ ਇਹ ਹੈ ਵੀ ਕਈ ਵਾਰ ਇਹ ਡਿਸਿਪਲਿਨ ਦੀਆਂ ਆਪਣੀਆਂ ਸਮੱਸਿਆਵਾਂ ਵੀ ਨੇ। ਕੋਈ ਇਹ ਜੇ ਇਹਦੇ ਵਿੱਚ ਅਸੀਂ ਚਾਹੀਏ ਵੀ ਤਾਂ ਕਈ ਵਾਰੀ ਸਾਡੀਆਂ ਸੀਮਾਵਾਂ ਜਿਹੜੀਆਂ ਸਾਨੂੰ ਬੰਨ੍ਹ ਦਿੱਤਾ ਜਾਂਦਾ, ਉਹਦੇ ਵਿੱਚ ਅੱਗੇ ਜਾਣ ਤੋਂ ਰੋਕ ਦਿੱਤਾ ਜਾਂਦਾ। ਚਲੋ ਇਹੋ ਮੈਂ ਇਸ ਤੋਂ ਬਾਅਦ ਇਸ ਖੇਤਰ ਦੇ ਵਿੱਚ ਇਹਨੂੰ ਥੋੜ੍ਹਾ ਜਿਹਾ ਯੂਨੀਵਰਸਿਟੀਆਂ ਦੇ ਵਿੱਚ ਐਕੈਡੈਮਿਕਸ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਉਹਦੇ ਵਿੱਚ ਡਾਕਟਰ ਵਣਜਾਰਾ ਬੇਦੀ ਅਤੇ ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਦਾ ਬਹੁਤ ਵੱਡਾ ਯੋਗਦਾਨ ਹੈ। ਡਾਕਟਰ ਵਣਜਾਰਾ ਬੇਦੀ ਦਾ ਨਾਂ ਤੁਸੀਂ ਸਾਰਿਆਂ ਨੇ ਸੁਣਿਆ। ਉਹਨਾਂ ਨੇ ਸਾਰੀ ਉਮਰ ਇਸ ਖੇਤਰ ਦੇ ਵਿੱਚ ਕੰਮ ਕੀਤਾ ਔਰ ਬਹੁਤ ਉੱਚ ਪਾਏ ਦਾ ਕੰਮ ਕੀਤਾ। ਕਿਸੇ ਸਵਾਰਥ ਨੂੰ ਸਾਹਮਣੇ ਰੱਖ ਕੇ ਕੰਮ ਨਹੀਂ ਕੀਤਾ, ਕਿਸੇ ਨੌਕਰੀ ਲਈ ਉਹਨਾਂ ਕੰਮ ਨਹੀਂ ਕੀਤਾ। ਔਰ ਉਹਨਾਂ ਨੇ ਅਖਾਣਾਂ ਤੋਂ ਆਪਣਾ ਕੰਮ ਸ਼ੁਰੂ ਕਰਕੇ ਮੁੜ ਕੇ ਲੋਕ ਧਾਰਾ ਦੇ ਸਿਧਾਂਤਕ ਪਹਿਲੂਆਂ ਨਾਲ ਸੰਬੰਧਿਤ ਕਿਤਾਬਾਂ, ਲੋਕ ਧਾਰਾ ਅਤੇ ਸਾਹਿਤ, ਮੱਧ ਕਲੀਨ ਕਥਾ ਰੂਪ ਅਤੇ ਪਰੰਪਰਾ, ਲੋਕ ਧਾਰਾ ਵਿਸ਼ਵ ਕੋਸ਼ ਕਈ ਜਿਲਦਾਂ ਦੇ ਵਿੱਚ ਉਹ ਲਿਖਿਆ। ਔਰ ਉਹਨਾਂ ਦੇ ਕੰਮ ਦੀ ਬਦੌਲਤ ਬਹੁਤ ਸਾਰੇ ਸਾਡੇ ਲੋਕ ਜਿਹੜੇ ਆ ਨਾ ਉਹ ਤੋਂ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ ਪ੍ਰੇਰਨਾ ਲਈ। ਔਰ ਇੱਕ ਮੈਗਜ਼ੀਨ ਵੀ ਉਹਨਾਂ ਨੇ ਫੋਕਲੋਰ ਦਾ ਕੱਢਿਆ, ਪਰੰਪਰਾ, ਔਰ 12 ਉਹਦੇ ਅੰਕ ਛਪੇ। 12 ਅੰਕ ਛਪਣ ਤੋਂ ਬਾਅਦ ਉਹ ਵਿਚਾਰਾ, ਕਿਉਂਕਿ ਉਹ ਕਹਿੰਦੇ ਵੀ ਇਹ ਤਾਂ ਪੜ੍ਹਦਾ ਹੀ ਕੋਈ ਨਹੀਂ ਯਾਰ, ਮਤਲਬ ਸਾਡੇ ਪੰਜਾਬੀ 'ਚ ਵੀ ਹੈ ਨਾ ਇੱਕ ਹੁਣ ਹੀ ਦੇਖ ਲਓ ਤੁਸੀਂ ਸਥਿਤੀ ਵੀ ਬਾਹਰ ਪਿੰਡਾਂ 'ਚ ਵੀ ਕਰੋੜ ਦੀ ਕੋਠੀ ਲੋਕੀ ਬਣਾ ਲੈਂਦੇ ਨੇ ਅਤੇ ਅੰਦਰ ਵੇਖੋ ਤਾਂ ਇੱਕ ਰਸਾਲਾ ਨਹੀਂ ਪਿਆ ਹੁੰਦਾ, ਇੱਕ ਅਖਬਾਰ ਨਹੀਂ ਪਈ ਹੁੰਦੀ। ਇਹ ਸਾਹਿਤ ਸਾਡਾ ਇੰਨਾ ਖੂਬਸੂਰਤ ਸਾਹਿਤ ਲਿਖਿਆ ਜਾ ਰਿਹਾ ਇਸ ਵੇਲੇ, ਪਰ ਉਹਦੇ ਪਾਠਕ ਜੇ ਤੁਸੀਂ ਦੇਖੋ ਤਾਂ ਤੁਹਾਨੂੰ ਮਾਯੂਸੀ ਹੁੰਦੀ ਹੈ ਵੀ ਯਾਰ ਇਹ ਕਿਹੜੇ ਪਾਸੇ ਨੂੰ ਲੋਕੀ ਜਿਹੜੇ ਆ ਉਹ ਤੁਰਦੇ ਜਾ ਰਹੇ ਨੇ। ਤਾਂ ਉਹ ਡਾਕਟਰ ਕਰਨੈਲ ਸਿੰਘ ਥਿੰਦ ਹੋਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪਹਿਲੀ ਵਾਰੀ MA ਦੇ ਵਿੱਚ ਇੱਕ ਪੇਪਰ ਦੇ ਤੌਰ 'ਤੇ ਇਹਨੂੰ ਲਿਆਂਦਾ ਔਰ ਲੋਕਾਂ ਦਾ ਧਿਆਨ ਇਸ ਪਾਸੇ ਹੋਇਆ। ਔਰ ਬਾਅਦ 'ਚ ਕਿਉਂਕਿ ਜ਼ਿਆਦਾ ਕਰਕੇ ਫਿਰ ਵੀ ਫੋਕਸ ਜਿਹੜਾ ਲੋਕ ਸਾਹਿਤ ਹੀ ਸੀ। ਉਹ ਜਿਹੜੀ ਗੱਲ ਪਹਿਲਾਂ ਹੀ ਕਹਿ ਗਏ, ਗੁਰਮੁਖ ਹੋਰੀ ਕਹਿ ਕੇ ਗਏ ਕਿ ਡਾਕਟਰ ਸੁਰਜੀਤ, ਕਿ ਸਾਹਿਤ ਦੇ ਵਿਭਾਗਾਂ ਦੇ ਵਿੱਚੋਂ ਇਹ ਕੰਮ ਇਸ ਕਰਕੇ ਸ਼ੁਰੂ ਹੋਇਆ ਕਿ ਲੋਕ ਸਾਹਿਤ ਨਾਲ ਸ਼ੁਰੂ 'ਚ ਇਹ ਕੰਮ ਸ਼ੁਰੂ ਹੋਇਆ ਅਤੇ ਲੋਕ ਸਾਹਿਤ ਦੇ ਵਿਦਿਆਰਥੀ, ਸਾਹਿਤ ਪੜ੍ਹਨ ਵਾਲੇ ਵਿਦਿਆਰਥੀਆਂ ਨੇ ਫਿਰ ਉਹਨਾਂ ਨੂੰ ਲੱਗਿਆ ਵੀ ਯਾਰ ਇਹ ਫੀਲਡ ਤਾਂ ਬੜਾ ਨਵਾਂ ਆ, ਅਟਰੈਕਟਿਵ ਹੈ, ਅਤੇ ਉਹਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਲੋਕ ਸਾਹਿਤ ਤੱਕ ਜ਼ਿਆਦਾ ਕਰਕੇ ਕੰਮ ਹੁੰਦਾ ਸੀ। ਅਤੇ ਜਦੋਂ ਐਜ਼ ਏ ਫੋਕਲੋਰ ਡਿਸਿਪਲਿਨ ਦੇ ਤੌਰ 'ਤੇ ਅਸੀਂ ਇਹਨੂੰ ਦੇਖਣਾ ਸ਼ੁਰੂ ਕੀਤਾ, ਇਹ ਉਹ ਵਿਦਵਾਨ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਸੀ, ਐਲਨ ਡੰਡਿਸ, RM ਡਾਰਸਨ ਜਾਂ ਦੁਰਖੀਮ ਵਗੈਰਾ, ਜਾਂ ਗੋਲਡਨ ਬੋਲ, ਜੇਮਸ ਫਰੇਜ਼ਰ ਜਾਂ ਲੈਵੀ ਸਟ੍ਰੌਸ,
ਜਦੋਂ ਅਸੀਂ ਉਹਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਫਿਰ ਸਾਨੂੰ ਲੱਗਿਆ ਕਿ ਵੀ ਇਹ ਡਿਸਪਲਿਨ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੈ ਪੰਜਾਬੀ ਦੇ ਵਿੱਚ। ਜਿਵੇਂ ਮੈਂ ਇਹਨਾਂ ਨੇ ਗੱਲ ਕੀਤੀ ਸੀ ਕਿ ਵੀ ਮੈਂ ਜਦੋਂ ਆਪਣਾ ਲੋਕ ਚਿਕਿਤਸਾ ਤੇ PhD ਦੀ ਟੌਪਿਕ ਚੁਣਿਆ ਅਤੇ ਜਦੋਂ ਮੈਂ ਹਾਜ਼ਰ ਹੋਇਆ ਅੰਦਰ RDC ਦੇ ਸਾਹਮਣੇ ਤੇ ਹੱਸਣ ਲੱਗੇ ਉੱਚੀ ਉੱਚੀ, ਕਈ ਤਾਂ ਇੱਦਾਂ ਮੱਥੇ 'ਤੇ ਹੱਥ ਮਾਰ ਕੇ ਵੀ ਉਹ ਆ ਕੀ ਯਾਰ ਤੂੰ ਟੌਪਿਕ 'ਤੇ ਕੰਮ ਕਰੇਗਾ। ਮੈਂ ਕਿਹਾ ਸਰ ਮੇਰੀ ਗੱਲ ਤਾਂ ਸੁਣ ਲਓ। ਮੈਂ ਕਿਹਾ ਜੀ ਮੈਂ ਇਹਦੀ ਤਿਆਰੀ ਕਰਕੇ ਆਇਆ, ਜੇ ਫੋਕਲੋਰ ਵਾਰ ਮਿਊਜ਼ੀਅਮ ਲੰਡਨ ਦੇ ਵਿੱਚ ਪਏ ਤਵੀਜ਼ਾਂ ਉੱਤੇ PhD ਹੋ ਸਕਦੀ ਹੈ ਅਤੇ ਇਹ ਤਾਂ ਫੋਕ ਮੈਡੀਸਨ ਤਾਂ ਬਹੁਤ ਵੱਡਾ ਖੇਤਰ ਹੈ, ਇਹਦੇ 'ਤੇ ਅੱਗੇ ਕਈ PhDਆਂ ਹੋ ਸਕਦੀਆਂ। ਉਹ ਕਹਿੰਦੇ ਚਲੋ ਜੇ ਤੂੰ ਪੁੱਠੇ ਪਾਸੇ ਜਾਣਾ ਤਾਂ ਜਾ ਫਿਰ। ਮਤਲਬ ਇਹ ਕਹਿ ਕੇ ਉਹ ਮੇਰੇ ਇੱਕ ਅਧਿਆਪਕ ਨੇ, ਤਾਂ ਉਸ ਤੋਂ ਬਾਅਦ ਫਿਰ ਐਜ਼ ਏ ਡਿਸਿਪਲਿਨ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕਿਹਨਾਂ ਦਾ ਹੁੰਦਾ? ਪਟਿਆਲਾ ਯੂਨੀਵਰਸਿਟੀ ਦਾ। ਤੁਸੀਂ ਇਹ ਨਾ ਸੋਚਣਾ ਕਿ ਮੈਂ ਅੱਜ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਖੜ੍ਹਾ ਅਤੇ ਇਸ ਕਰਕੇ ਇਹ ਗੱਲ ਕਰ ਰਿਹਾ, ਨਹੀਂ। ਜਿਹੜਾ ਐਂਥਰੋਪੋਲੋਜੀਕਲ ਲਿੰਗੁਇਸਟਿਕਸ ਡਿਪਾਰਟਮੈਂਟ ਇੱਥੋਂ ਦਾ ਪੰਜਾਬੀ ਯੂਨੀਵਰਸਿਟੀ ਦਾ ਸੀ, ਉਹਦੇ ਵਿੱਚ ਡਾਕਟਰ ਹਰਜੀਤ ਸਿੰਘ ਗਿੱਲ ਔਰ ਉਹਨਾਂ ਦੇ ਅੱਗੋਂ ਨਾਲ ਜਿਹੜੇ ਸਾਥੀ ਸੀ, ਸੰਬੰਧਿਤ ਵਿਦਿਆਰਥੀ ਅਤੇ ਸਾਥੀ, ਜੇ ਮੈਥਡੋਲੋਜੀ ਕਿਸੇ ਨੂੰ ਸਿਖਾਈ ਪੰਜਾਬੀ ਵਿੱਚ ਤਾਂ ਉਹ ਇਸ ਵਿਭਾਗ ਨੇ ਸਿਖਾਈ। ਭਾਖਾ ਸੰਜਮ ਦਾ ਇੱਕ ਵਿਸ਼ੇਸ਼ ਅੰਕ ਸੀ ਜਿਹਦੇ ਵਿੱਚ ਉਹਨਾਂ ਥਿੰਕਰਸ, ਉਹਨਾਂ ਦੀਆਂ ਵਿਧੀਆਂ ਦੇ ਉੱਤੇ ਗੱਲ ਅੱਗੇ ਤੁਰੀ। ਔਰ ਜਿਹੜਾ ਅਸੀਂ ਲੋਕਾਂ ਨੇ, ਸਾਹਿਤ ਦੇ ਵਿਦਿਆਰਥੀਆਂ ਨੇ ਵੀ ਲੈਵੀ ਸਟਰਾਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਜਾਂ ਸਸਿਊਰ ਨੂੰ ਪੜ੍ਹਨਾ ਸ਼ੁਰੂ ਕੀਤਾ ਜਾਂ ਇਸ ਪਾਸੇ ਹੋਰ ਵਿਦਵਾਨਾਂ ਨੂੰ ਪੜ੍ਹਨਾ ਸ਼ੁਰੂ ਕੀਤਾ, ਜਿਨ੍ਹਾਂ ਨੂੰ ਫਰਾਂਸ ਬੋਸ, ਉਹ ਉਹਨਾਂ ਦੇ ਅੱਗੇ ਵਿਦਿਆਰਥੀ ਜਿਹੜੇ ਸੀ ਸਾਰੇ, ਕਰੋਬਰ ਔਰ ਬਾਕੀ ਸਾਰੇ। ਤਾਂ ਉਹ ਤੋਂ ਬਾਅਦ ਸਾਨੂੰ ਇਹ ਅਦਰਵਾਈਜ਼ ਜੇ ਅਸੀਂ ਕੇਵਲ ਸਾਹਿਤ ਤੱਕ ਸੀਮਿਤ ਰਹਿੰਦੇ ਤਾਂ ਅਸੀਂ ਲੋਕ ਸਾਹਿਤ ਦੇ ਬਾਰੇ ਤਾਂ ਭਾਵੇਂ ਚੰਗੀ ਤਰ੍ਹਾਂ ਕੋਈ ਗੱਲ ਕਰ ਸਕਦੇ ਸੀ, ਪਰ ਜੇ ਕਲਚਰਲ ਐਂਥਰੋਪੋਲੋਜੀ ਜਾਂ ਇਹਨਾਂ ਲੋਕਾਂ ਨੇ ਇਹ ਕੰਮ ਸ਼ੁਰੂ ਨਾ ਕੀਤਾ ਹੁੰਦਾ, ਇਹਨਾਂ ਦੇ ਮਾਡਲ ਸਾਡੇ ਸਾਹਮਣੇ ਨਾ ਹੁੰਦੇ, ਅਸੀਂ ਭਾਵੇਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਫੋਕਲੋਰ ਦੇ ਨਾਲ ਸੰਬੰਧਿਤ ਸੀ, ਪਰ ਸਾਡਾ ਧਿਆਨ ਲੀ ਸਾਹਿਬ ਵੱਲੋਂ ਜਿਹੜੀ ਜਾਂ ਅਧਿਐਨ ਜਿਹੜੇ ਹੋ ਰਹੇ ਸੀ ਜਾਂ ਜਿਹੜਾ ਸਾਂਝੀ ਦੇ ਉੱਤੇ ਜਿਹੜਾ ਇਹਨਾਂ ਦਾ ਕੰਮ ਸੀ, ਸਿਮੋਲੋਜੀਕਲ ਪੈਟਰਨ ਉਹ ਸਾਂਝੀ, ਅਤੇ ਉਹ ਅਤੇ ਭੁਪਿੰਦਰ ਸਿੰਘ ਖਾਰਾ ਹੁਣਾਂ ਦਾ ਜਿਹੜਾ ਲੋਕ ਕਹਾਣੀਆਂ ਦਾ ਚਿੰਨ੍ਹ ਵਿਗਿਆਨਕ ਅਧਿਐਨ, ਜਿਸ ਤਰ੍ਹਾਂ ਨਾਲ ਕਾਂ ਚਿੜੀ ਦੀ ਕਹਾਣੀ ਦਾ ਇਹਨਾਂ ਨੇ ਅਧਿਐਨ ਕੀਤਾ, ਜਾਂ ਜਿਸ ਤਰ੍ਹਾਂ ਨੇ ਇਹਨਾਂ ਨੇ ਸਾਨੂੰ ਦੱਸਿਆ ਵੀ ਭਾਈ ਜੇ ਤੋਤਾ ਇਕੱਲਾ ਬੈਠਾ ਤੇ ਇਹਦੇ ਅਰਥ ਹੋਰ ਨੇ, ਦੋ ਤੋਤਾ ਤੋਤੀ ਬੈਠੇ ਹੋਰ ਨੇ, ਕਿ ਵੱਖ-ਵੱਖ ਪ੍ਰਸੰਗਾਂ ਦੇ ਵਿੱਚ ਉਹਨਾਂ ਦੇ ਅਰਥ ਜਿਹੜੇ ਕੌਂਟੈਕਸਟ ਬਦਲਣ ਦੇ ਨਾਲ ਉਹ ਕਿਵੇਂ ਬਦਲਦੇ ਆ, ਅਤੇ ਤੁਸੀਂ ਚੀਜ਼ਾਂ ਨੂੰ ਉਹਨਾਂ ਦੇ ਕੌਂਟੈਕਸਟ ਵਿੱਚ ਸਮਝਣ ਦੀ ਕੋਸ਼ਿਸ਼ ਕਰੋ। ਫੋਕਲੋਰ ਦੇ ਵਿੱਚ ਕੁਝ ਹੋਰ ਪ੍ਰੋਬਲਮਸ ਵੀ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਕਿ ਇਹਨੂੰ ਅਸੀਂ ਸਾਡੇ ਤੋਂ ਪਹਿਲੀ ਪੀੜ੍ਹੀ ਸੀ, ਉਹਨੇ ਸੋਚਿਆ ਵੀ ਪਰੰਪਰਾ ਦਾ ਵਿਗਿਆਨ ਹੈ। ਫੋਕਲੋਰ ਅੱਜ ਨਹੀਂ ਪੈਦਾ ਹੋ ਰਿਹਾ, ਫੋਕਲੋਰ ਪਾਸਟ ਵਿੱਚ ਪੈਦਾ ਹੋ ਰਿਹਾ। ਸਾਡੇ ਲੋਕ ਗੀਤ, ਲੋਕ ਕਹਾਣੀਆਂ, ਸੁਹਾਗ, ਘੋੜੀਆਂ, ਛੰਦ, ਸਿੱਠਣੀਆਂ ਹੁਣ ਕਿੱਥੇ ਨੇ ਜੀ? ਹੁਣ ਤਾਂ ਬਦਲ ਗਏ, ਦਾਇਰੇ ਬਦਲ ਗਏ ਦਾਇਰੇ, ਪਰ ਲੋਕ ਦਾ ਰਿਐਕਸ਼ਨ ਕਦੇ ਨਹੀਂ ਬਦਲਦਾ। ਕੋਈ ਵੀ ਪ੍ਰਸਥਿਤੀਆਂ ਹੋਣ, ਸਮਾਂ ਕੋਈ ਵੀ ਹੋਵੇ, ਲੋਕ ਨੇ ਆਪਣਾ ਹੁੰਗਾਰਾ ਦੇਣਾ ਹੀ ਹੁੰਦਾ ਹੈ। ਮਤਲਬ ਫਾਰ ਐਗਜ਼ਾਮਪਲ ਇੱਕ ਵਲਾਦੀਮੀਰ ਪ੍ਰੋਪ ਸਾਡੇ ਬਹੁਤ ਵੱਡੇ ਫੋਕਲੋਰਿਸਟ ਨੇ, ਉਹਨਾਂ ਨੇ ਕਿਹਾ ਬਈ ਇਹ ਹਰ ਯੁੱਗ ਦੀ ਆਪਣੀ ਫੋਕਲੋਰ ਹੁੰਦੀ ਹੈ। ਸ਼ਿਕਾਰ ਯੁੱਗ ਦੀ ਆਪਣੀ, ਖੇਤੀਬਾੜੀ ਯੁੱਗ ਦੀ ਆਪਣੀ, ਪੂੰਜੀਵਾਦੀ ਯੁੱਗ ਦੀ ਹੁਣ ਆਪਣੀ ਹੈ, ਅਤੇ ਵਿਕਸਿਤ ਪੂੰਜੀਵਾਦ ਯੁੱਗ ਦੀ ਵੀ ਫੋਕਲੋਰ ਬਣ ਰਹੀ ਹੈ। ਵੱਖਰੀ ਗੱਲ ਹੈ ਕਿ ਅਸੀਂ ਉਹਦੇ ਵੱਲ ਧਿਆਨ ਨਹੀਂ ਦਿੰਦੇ। ਹੁਣ ਮੋਦੀ ਦੇ ਕੰਮ ਕਰਨ ਦੀ, ਪ੍ਰਧਾਨ ਮੰਤਰੀ ਦੇ ਕੰਮ ਕਰਨ ਦੇ ਸਟਾਈਲ ਨੂੰ ਤੁਸੀਂ ਫੇਸਬੁੱਕ 'ਤੇ ਜਾ ਕੇ ਦੇਖੋ, ਮੋਦੀ ਯੈਸ ਪਾਪਾ, ਐਨੀ ਡਿਵੈਲਪਮੈਂਟ ਨੋ ਪਾਪਾ, ਵਿਮਨ ਸੇਵ ਨੋ ਪਾਪਾ, 15 ਲੱਖ ਨੋ ਪਾਪਾ। ਉਹ ਇੰਨੀ ਲੰਮੀ ਰਾਈਮ ਹੈ ਅਤੇ ਤੁਸੀਂ ਸੋਚਦੇ ਹੋ ਵੀ ਇਹਦੇ ਵਿੱਚ ਇਹ ਫੋਕਲੋਰ ਨਹੀਂ, ਜਿਹਨੂੰ ਅਸੀਂ ਹੁਣੇ ਗੱਲ ਹੋਈ ਸੀ ਇਲੈਕਟ੍ਰੋਨ ਫੋਕਲੋਰ ਇੱਕ ਕੈਟੇਗਰੀ ਜਿਹੜੀ ਹੈ ਲੇਟੈਸਟ, ਉਹ ਮੈਂ ਨਹੀਂ ਬਣਾ ਰਿਹਾ ਇਹ ਕੈਟੇਗਰੀ ਇਕੱਲਾ। ਜਿਹੜੇ ਸਾਡੇ ਇੰਟਰਨੈਸ਼ਨਲ ਫੋਕਲੋਰਿਸਟ ਨੇ, ਜਿਨ੍ਹਾਂ ਨੇ ਟਾਵਰਸ ਦੇ ਡਿੱਗਣ ਤੋਂ ਬਾਅਦ ਇੱਕ ਕਿਤਾਬ ਵਾਸਲੋਵਸਕੀ ਨੇ ਪੂਰੀ ਦੀ ਪੂਰੀ ਇਲੈਕਟ੍ਰੋਨਿਕ ਫੋਕਲੋਰ ਦੇ ਉੱਤੇ ਲਿਖੀ, ਔਰ ਉਹ ਕਿਤਾਬ ਦੇਖਣ ਤੋਂ ਬਾਅਦ ਅਸੀਂ ਆਪਣੇ ਵਿਦਿਆਰਥੀਆਂ ਨਾਲ ਇਹ ਡਿਸਕਸ ਕਰਦੇ ਵੀ ਭਾਈ ਹੁਣ ਸਮਾਂ ਆ ਗਿਆ, ਹੁਣ ਤੁਸੀਂ ਉਹ ਪਿੱਛੇ ਨਾ ਵੇਖੋ ਵੀ ਲੋਕ ਗੀਤ ਨਹੀਂ ਲੱਭਣੇ ਆ ਕਿ ਨਹੀਂ ਲੱਭਣੇ, ਹੁਣ ਇਹਦਾ ਮੀਡੀਅਮ ਚੇਂਜ ਹੋਇਆ ਹੈ। ਔਰਲ ਜਿਹੜਾ ਇਸੇ ਕਰਕੇ ਹੀ ਅਸੀਂ ਨਾ ਕੁਝ ਸਾਡੇ ਬਜ਼ੁਰਗ ਜਿਹੜੇ ਫੋਕਲੋਰਿਸਟ ਸੀ ਉਹ ਸਾਡੇ ਨਾਲ ਨਾਰਾਜ਼ ਹੁੰਦੇ, ਕਿਉਂਕਿ ਜਦੋਂ ਅਸੀਂ ਧਾਰਨਾਵਾਂ ਆਪਣੀਆਂ ਬਦਲਦੇ ਹਾਂ ਸਮੇਂ ਦੇ ਨਾਲ, ਕਿਉਂ ਜੋਥਨ ਸਾਹਿਬ ਸਾਡੇ ਮੇਰੇ ਉਸਤਾਦ ਨੇ, ਮੈਂ ਉਹਨਾਂ ਨੂੰ ਬਹੁਤ ਸਤਿਕਾਰ ਪੇਸ਼ ਕਰਦਾ, ਉਹਨਾਂ ਨੇ ਬਹੁਤ ਦਿੱਤਾ ਇਸ ਡਿਸਿਪਲਿਨ ਨੂੰ। ਪਰ ਜਦੋਂ ਹੁਣ ਉਹਨਾਂ ਦੀ ਡੈਫੀਨੇਸ਼ਨ ਨੂੰ ਅਸੀਂ ਦੇਖਦੇ ਹਾਂ ਤਾਂ ਵੀ ਫੋਕਲੋਰ ਪਰੰਪਰਾਗਤ ਹੁੰਦਾ, ਤਾਂ ਮੈਂ ਕਹਿੰਦਾ ਵੀ ਪਰੰਪਰਾਗਤ ਵੀ ਹੁੰਦਾ ਹੈ। ਫੋਕਲੋਰ ਕੈਨ ਬੀ ਟ੍ਰਡੀਸ਼ਨਲ ਬਟ ਆਲ ਫੋਕਲੋਰ ਇਜ਼ ਨਾਟ ਟ੍ਰਡੀਸ਼ਨਲ।
ये मैं नहीं कह रहा, डैन बैनस फोकलोर इन कॉन्टैक्सट किताब वो लिखता अमरीका का फोकलोरिस्ट, और वो फिर ली हेरिंग, ली साहब जानते हैं इस वेले जनरल ऑफ अमेरिकन फोकलोर का एडिटर है, तो वो फोकलोर यूनीवर्सल का कंसैप्ट सामने लैके आ रहा भी फोकलोर के दायरे सीमित नहीं होंगे भी पंजाब तक का इस इलाके तक का, वो नैशनल तो इंटरनैशनल भी होंगे ने। तो इंटरनैशनल दायरे बेसिकली उस एंगल तो फोकलोर को स्टडी करने का अजे पंजाबी च रुझान भी शुरू नहीं होया। कारण जमद्या तो खुश होंगे, मरदे कोई घर तो चला जाए तो फिर दुखी होंगे, रूहां बदरूहां विश्वास विआह शादियाँ सर किन्ना जदों इस पक्षों फोकस करो तो फिर तुहानूं लगदा भी यार ये तो कमाल का कंसैप्ट दिता है उन्हें, मानवता नूं जोड़न वाला जिहड़ा दायरे च वंडण वाला नहीं भी भाई बेसिकली तो मनुख इक्को तरह इक्को जिवें लैवी स्ट्रॉस ने सैविज माइंड लिख के कहा भी भाई ये ना सोचो भी पुराना बंदा जिहड़ा ना तुहाडे नालों घੱਟ अकलमंद सी, वो भी उस तरह ही वह माइंड जिहड़ा ना उस तरह ही सिस्टमैटिक ढंग नाल सोचदा ते कार्यशील हुंदा सी। तो ये जिहड़ी गल मैं सामने कर रहा भी साडे पंजाबी फोकलोर दे विच फोकलोर यूनीवर्सल्स का जिहड़ा कंसैप्ट है। हाँ एक होर गल जिहड़ी साडे पंजाबी दे विच जिहड़ी असीं नोट नहीं करदे भई अजे भी साडे ना जिहड़ा मेल शॉवनिज़म इहो ਜਿਹੇ टॉपिक्स ते कोई स्टडी नहीं हुई, मतलब जद कि इंटरनैशनल लैवल ते तुसीं देखो ना तो मेल शॉवनिज़म ते एलन डंडीस वारियां ने काम किया, और तुहानूं उत्थे वो लगदा भी यार बिल्कुल इन्हां दा भी औरत प्रति उही नज़रिया जिहड़ा साडा नज़रिया, विश यू लक विश यू जाए विश यू फस्ट अ बेबी बॉय। अमेरिका दे विचों फोकलोर इकट्ठा करके वो कहंदा, मैं तो शायद कोट करना भी बड़ा औखा है क्योंकि वो तो कर देंगे ने वो जो चीज़ां भी मतलब इत्थे कोट करनी। पर तुसीं इत्थों भी देखो भी साडे पंजाबी दे विच फोकलोर च काम करने वालियां लेडीज़ भी ने, सतिंदर औलख है, डॉक्टर हरजीत कौर है, डॉक्टर चरणजीत कौर है, डॉक्टर राजवंत है, डॉक्टर इकबाल कौर सौंद है, बहुत सारिया लेडीज़ ने जिन्होंने काम किया पर कभी किसी का नाम नहीं कोई लाएगा। सरबजीत ने पंजाबी फोकलोरिस्टां दी इंटरव्यूज़ करके तो किताब छापी है, उहदे च एक भी लेडी शामिल नहीं उहदे विच। तुसीं उन्हां दे काम दे उत्ते घट्टो घट्ट उन्हां नूं देखो भी कोई थोड़ा बहुत जे उन्हां विचों कुछ तो है जिन्हां ने अपना काम सीरीयसली कीता, पर साडे ये शॉवनिज़म स्टडीज़ दे विच भी हरजीत का नाम नहीं, वो हरजीत मैडम का मैं ना इस करके नहीं लिया, दुख मैनू उही है वैसे शी इज़ बैटर फोकलोरिस्ट दैन मी। तो वो फिर वो गिला मेरे नाल जो करती है ना तो मैं क्या मैं आज स्टेज तो करके आऊँगा गिला। तो बई ये इस नहीं मैं तुहानूं दस रहा भी फोकलोर दे विच बहुत सारे इहो ਜਿਹੇ टॉपिक्स ने जिन्हां ते अजे गल भी नहीं ऐसी की। ईवन दलित दे बारे, नारी दे बारे, फोकलोर दे बारे एक गल मैं तुहानूं होर दस दियां, नवे विद्यार्थी नोट कर लो भी फोकलोर हमेशा पॉजिटिव ही नहीं हुंदा, इहदे प्रकार जो हमेशा लोक पक्षी नहीं हुंदे, लोक हताशी नहीं हुंदे। बहुती वारी ये सत्ता सतापती दे हक च भुगतदा, बहुत वारी जो कदरां कीमतां इस जगीरू समाज ने पैदा कीतियां होईयां ने उन्हां कदरां कीमतां दे हक विच भुगतदा। मतलब नारी की स्थिति जिहड़ी है, एक राजे दियां 7 राणियां सी, राणियां दे चलित्र, मतलब तुसीं उत्थे औरत जिहड़ी है ना उत्थे उहदी डिग्रेडेशन इनफीरियराइजेशन मर्द के मुकाबले ते उहदी जिहड़ी पोजीशन उस पद्धर दी है। वेखो जट ना बुरी होई, बाहर तो जट दे छोले भेज के घरे आए तो कुड़ी होई, मतलब कुड़ी होई तो कुड़ी माड़ी है। भाई ये जिहड़ा एटीट्यूड ये लिंग बायस है साडे फोकलोर दे विच, ये किसी ने स्टडी नहीं किया, स्टडी किया जा सकता। दलित के बारे ईवन इत्थों तक कि जिहड़ियां साडियां रामायण ते महाभारत ने उन्होंने इस पक्षों तो ही स्टडी करो तो सीता ने तो कोई गलती नहीं की, सज़ा बड़ी भुगती, द्रौपदी ने कोई गलती नहीं की, सज़ा उन्हें भुगती। और इत्थे ही नहीं बहुत सारा साडा फोकलोर या फोक लिटरेचर लोक कहानियाँ इहो जिहियां ने
ਜਿਨ੍ਹਾਂ ਦੇ ਵਿੱਚ ਜ਼ਿਆਦਾ ਕਰਕੇ ਖਤਾ ਜਿਹੜੀ ਹੈ ਉਹ ਮਰਦ ਕਰਦਾ ਹੈ ਤੇ ਸਜ਼ਾ ਜਿਹੜੀ ਹੈ ਉਹ ਔਰਤ ਭੁਗਤਦੀ ਹੈ। ਈਵਨ ਸਾਡੀਆਂ ਜਨਮ ਸਾਖੀਆਂ ਦੀਆਂ ਜਿਹੜੀਆਂ ਲੋਕ ਕਹਾਣੀਆਂ ਨੇ, ਮਿਥਾਂ ਗੁਰੂ ਨਾਨਕ ਸਾਹਿਬ ਦੇ ਆਲੇ ਦੁਆਲੇ ਬੁਣੀਆਂ ਹੋਈਆਂ ਨੇ, ਉਹਨਾਂ ਦੇ ਵਿੱਚ ਵੀ ਜੇ ਤੁਸੀਂ ਉਹਨਾਂ ਨੂੰ ਸਟੱਡੀ ਕਰੋ ਤੇ ਉਹਦੇ ਵਿੱਚੋਂ ਵੀ ਤੁਹਾਨੂੰ ਦੱਸਦਾ ਵੀ ਇਹ ਮਾਈਥੋਲੋਜੀ ਜਿਹੜੀ ਹੈ, ਇੱਕ ਪਾਸੇ ਮਕਸਦ ਤੇ ਗੁਰੂ ਨਾਨਕ ਸਾਹਿਬ ਦੇ ਬਿੰਬ ਨੂੰ ਉਸਾਰਨਾ, ਠੀਕ ਹੈ ਨਾ, ਪਰ ਉਹਦੇ ਨਾਲ ਕੀ ਆ ਵੀ ਇੱਕ ਬੰਦਾ ਉਹਦੇ ਘਰ 7 ਮੁੰਡੇ ਹੁੰਦੇ ਨੇ ਤੇ 8ਵੀਂ ਕੁੜੀ ਹੁੰਦੀ ਹੈ, ਤੇ 8ਵੀਂ ਕੁੜੀ, ਇਹ ਮੈਂ ਜਨਮ ਸਾਖੀ ਵਿੱਚੋਂ ਕੋਟ ਕਰ ਰਿਹਾ, ਉਹ ਕਹਿੰਦਾ ਵੀ ਇਹਨੂੰ ਮਾਰ ਦੇ, ਘਰ ਵਾਲੀ ਨੂੰ ਕਹਿੰਦਾ। ਉਹ ਕਹਿੰਦੀ ਮੈਂ ਕਿਉਂ ਮਾਰਾਂ, ਇਹ ਮਾਸੂਮ ਹੈ, ਨਿਰਦੋਸ਼ ਹੈ। ਉਹ ਕਹਿੰਦਾ ਨਹੀਂ ਤਾਂ ਫਿਰ ਤੂੰ ਮੇਰੇ ਘਰੋਂ ਨਿਕਲ ਜਾ। ਉਹ ਅਖੀਰ ਤੇ ਉਹਨੂੰ ਮਜਬੂਰ ਕਰਦਾ ਤੇ ਉਹ ਕੰਨਿਆ ਨੂੰ ਮਾਰ ਦਿੰਦਾ। ਮਤਲਬ ਕਹਾਣੀ ਉਹ ਇਸ ਤਰ੍ਹਾਂ ਦੀ ਹੈ ਵੀ ਗੁਰੂ ਨਾਨਕ ਸਾਹਿਬ ਤੇ ਬਾਲਾ ਨਾ ਸ਼ਾਮ ਦਾ ਵੇਲਾ ਤੇ ਜੰਗਲ ਦੇ ਵਿੱਚ ਬੈਠੇ ਪਏ ਆ, ਤੇ ਇੱਕ ਔਰਤ ਆਉਂਦੀ ਆ ਖੂਬਸੂਰਤ, ਤੇ ਉਹ ਉਹਨਾਂ ਨੂੰ ਨਾ ਮਾਸ ਦਾ ਇੱਕ ਟੁਕੜਾ ਦਿੰਦੀ ਆ, ਕਹਿੰਦੀ ਆ ਲਓ ਇੱਥੇ ਕੁਝ ਹੋਰ ਨਹੀਂ ਮਿਲਣਾ ਤੇ ਇਹ ਰਾਤ ਅੱਜ ਤੁਸੀਂ ਗੁਜ਼ਾਰਾ ਕਰ ਲਿਓ। ਤੇ ਗੁਰੂ ਸਾਹਿਬ ਕਹਿੰਦੇ ਵੀ ਬਾਲੇ ਪਤਾ ਨਹੀਂ ਮਾਸ ਕਾਹਦਾ, ਇਹ ਤਾਂ ਖਾਣਾ ਨਹੀਂ ਚਾਹੀਦਾ। ਉਹ ਫਿਰ ਬਾਲਾ ਉਹਨੂੰ ਕਹਿੰਦਾ ਵੀ ਇਹ 10 ਮਾਸ ਕਾਹਦਾ ਹੈ। ਉਹ ਕਹਿੰਦੀ ਤੁਸੀਂ ਕਿਉਂ ਜਿੱਦ ਕਰਦੇ ਹੋ ਇਹ ਪੁੱਛਣ ਦੀ, ਤੁਸੀਂ ਇਹਨੂੰ ਖਾਓ। ਉਹ ਕਹਿੰਦਾ ਨਾ ਨਾ ਤੂੰ ਪਹਿਲਾਂ ਦੱਸ। ਉਹ ਫਿਰ ਕਹਿੰਦੀ ਜੇ ਤੁਸੀਂ ਕਰਦੇ ਹੀ ਹੋ ਤਾਂ ਮੈਂ ਦੱਸਦੀ ਹਾਂ, ਮੇਰੇ ਪਿਓ ਦੀ ਲਾਸ਼ ਦਾ ਮਾਸ ਹੈ। ਉਹ ਕਹਿੰਦਾ ਪਿਓ ਦੀ ਲਾਸ਼ ਦਾ ਮਾਸ? ਉਹ ਕਹਿੰਦੀ ਮੈਂ ਵੀ ਇੱਥੇ ਹੀ ਗੁਜ਼ਾਰਾ ਕਰਦੀ ਹਾਂ। ਬਾਲਾ ਕਹਿੰਦਾ ਫਿਰ ਤੇ ਤੂੰ ਰਾਖਸ਼ਣੀ ਬਈ। ਉਹ ਕਹਿੰਦੀ ਮੈਂ ਨਹੀਂ ਰਾਖਸ਼ਣੀ, ਮੇਰਾ ਬਾਪ ਰਾਖਸ਼। ਉਹ ਕਹਿੰਦਾ ਉਹ ਉਹਨੂੰ ਬਾਲੇ ਨੂੰ ਨਾਲ ਲੈ ਕੇ ਜਾਂਦੀ ਆਪਣੀ ਕੁਟੀਆ 'ਚ, ਤੋਂ ਵੇਖਦਾ ਕਿ ਇੱਕ ਲਾਸ਼ ਟੰਗੀ ਹੋਈ ਹੈ। ਉਹ ਕਹਿੰਦਾ ਵੀ ਇੱਥੇ ਕਿਉਂ ਇਸ ਤਰ੍ਹਾਂ ਟੰਗਿਆ ਤੂੰ ਇਸ ਨੂੰ? ਤਾਂ ਉਹ ਕਹਿੰਦੀ ਬਈ ਮੈਂ ਜਦੋਂ ਪੈਦਾ ਹੋਈ, ਜਦੋਂ ਜਵਾਨ ਹੋਈ ਤੇ ਇਹਨੇ ਮੈਨੂੰ ਨਾ ਵੇਚ ਦਿੱਤਾ ਪੈਸੇ ਲੈ ਕੇ ਵੱਡੀ ਉਮਰ ਦੇ ਬੰਦੇ ਕੋਲ। ਤੇ ਇਹ ਕਹਿੰਦੀ ਫਿਰ ਜਦੋਂ ਉੱਪਰ ਚਲ ਗਿਆ ਮਰ ਕੇ, ਤੇ ਉਹਨਾਂ ਕਿਹਾ ਇਹਨੂੰ ਸੁੱਟੋ ਨਰਕ 'ਚ। ਕਹਿੰਦੀ ਮੈਂ ਆਪਣੀ ਕੁੜੀ ਮਾਰ ਕੇ ਜਦੋਂ ਉੱਥੇ ਉੱਪਰ ਗਈ ਤਾਂ ਉਹ ਕਹਿੰਦੀ ਵੀ ਇਹ ਤਾਂ ਪਿਓ ਨਾਲੋਂ ਵੀ ਗਈ ਗੁਜ਼ਰੀ ਆ, ਦੋਵਾਂ ਨੂੰ ਥੱਲੇ ਸੁੱਟੋ ਤੇ ਇਹ ਜੰਗਲ ਵਿੱਚ ਆਪਣਾ ਕਰਨਗੇ, ਤੇ ਕੋਈ ਸੰਤ ਰੂਹ ਆਏਗੀ ਕਿਸੇ ਸਮੇਂ ਤੇ ਉਹ ਆ ਕੇ ਇਹਨਾਂ ਦਾ ਛੁਟਕਾਰਾ ਕਰੇਗੀ। ਤੇ ਬਾਲਾ ਕਹਿੰਦਾ ਵੀ ਗੁਰੂ ਜੀ ਤੁਹਾਡੇ ਤੋਂ ਵੱਡੀ ਸੰਤ ਰੂਹ ਤਾਂ ਕੋਈ ਨਹੀਂ ਹੋਣੀ, ਤੇ ਤੁਸੀਂ ਇਹਨਾਂ ਦਾ ਛੁਟਕਾਰਾ ਕਰੋ। ਉਹ ਫਿਰ ਜਲ ਦੇ ਸਿੱਟੇ ਲੈ ਕੇ ਲਿਆ ਕੇ ਉਹਦੇ ਉੱਤੇ ਥੋੜ੍ਹਾ ਛਿੜਕਦੇ ਤਾਂ ਉਹ ਮਤਲਬ ਉਹਦੀ ਮੁਕਤੀ ਹੋ ਜਾਂਦੀ ਹੈ। ਹੁਣ ਮੇਰਾ ਮਤਲਬ ਹੈ ਵੀ ਮਾਈਥੋਲੋਜੀ ਦੀ ਸਾਡੇ ਕੋਲ ਸਾਰੀ ਮਾਈਥੋਲੋਜੀ ਪਈ ਹੋਈ ਹੈ ਇੰਨੇ ਵੱਡੀ ਮਾਤਰਾ ਦੇ ਵਿੱਚ, ਤੇ ਪਰ ਉਹਦੀ ਸਟੱਡੀ ਕੋਈ ਨਹੀਂ। ਹੁਣ ਤੁਸੀਂ ਦੇਖੋ ਤੇ ਗੁਰੂ ਦੇ ਬਿੰਬ ਨੂੰ ਉੱਪਰ ਚੁੱਕਣਾ, ਪਰ ਇਹ ਸੋਸ਼ੀਓਲੋਜੀਕਲੀ ਕਿੰਨੀ ਇੰਪੋਰਟੈਂਸ ਹੈ। ਯਥਾਰਥ ਜਿਹੜਾ ਸਾਡਾ ਸਮਾਜਿਕ ਯਥਾਰਥ ਹੈ ਵੀ ਕੁੜੀ ਨੂੰ ਵੇਚਣਾ, ਕੁੜੀ ਨੂੰ ਮਾੜਾ ਸਮਝਣਾ, ਜੇ ਸਜ਼ਾ ਬੰਦਾ ਕਰਦਾ ਤੇ ਕੁੜੀ ਨੇ ਭੁਗਤਣੀ ਆ, ਇਸ ਤਰ੍ਹਾਂ ਦੇ ਤੁਸੀਂ ਜਿਹੜੇ ਫੋਕਲੋਰ ਸਟੱਡੀਜ਼ ਦੇ ਵਿੱਚ ਅਜੇ ਵੀ ਬੱਚੋ ਮੈਂ ਇਹ ਦੱਸਣਾ ਇਹ ਚਾਹੁੰਦਾ ਕਿ ਬਹੁਤ ਕੁਝ ਵੱਡੀ ਮਾਤਰਾ ਦੇ ਵਿੱਚ ਅਜੇ ਵੀ ਸਾਡੇ ਕੋਲ ਇਸ ਤਰ੍ਹਾਂ ਦਾ ਹੈਗਾ ਜਿਹੜਾ ਕਿ ਸਟੱਡੀ ਕੀਤਾ ਜਾ ਸਕਦਾ ਜੇ ਆਪਣੇ ਕਲਚਰ ਨੂੰ ਆਪਣੇ ਲੋਕਾਂ ਨੂੰ ਸਹੀ ਅਰਥਾਂ ਦੇ ਵਿੱਚ ਸਮਝਣਾ। ਜਿੱਥੇ ਲਿਟਰੇਚਰ ਤੇ ਹੋਰ ਕਲਾਵਾਂ ਜਿਹੜੀਆਂ ਨੇ ਉਹ ਮਦਦ ਕਰਦੀਆਂ ਨੇ, ਉੱਥੇ ਜਿਹੜਾ ਫੋਕਲੋਰ ਹੈ ਉਹ ਅਸਲ 'ਚ ਜਿਹੜੀ ਸੋਸ਼ਲ ਰਿਐਲਿਟੀ ਹੈ ਜਾਂ ਸਾਡਾ ਯਥਾਰਥ ਹੈ ਉਹਨੂੰ ਸਾਡੇ ਸਾਹਮਣੇ ਬੜੇ ਖੂਬਸੂਰਤ ਤਰੀਕੇ ਦੇ ਨਾਲ ਪੇਸ਼ ਕਰਦੀ ਹੈ। ਬਹੁਤ ਬਹੁਤ ਸ਼ੁਕਰੀਆ।